ਅੰਬਰੀ ਗਣਤ ਨਾ ਗਣੀਆਂ ਕਾ, ਆਪਣਾ ਬਿਰਦ ਪਛਾਣੋ, ਹਾਥ ਦੇ ਰਾਖੈ ਕਰ ਆਪਣੇ, ਸਦਾ ਸਦਾ ਰੰਗ ਮਾਣੋ। ਧੰਨ ਵਾਹਿਗੁਰੂ ਸਾਹਿਬ ਜੀਓ, ਆਇਆ ਲਗਨ ਗਣਾਈ, ਹਿਰਦੈ ਧਨ ਉਮਾਹੀਆਂ, ਬਲਰਾਮ ਜੀਓ। ਪੰਡਤ ਪਾਧੀ ਆਣ ਪੱਤੀ ਬਹਿ ਬਚਾਈਆ, ਬਲਰਾਮ ਜੀਓ। ਪਤੀ ਬਚਾਈ ਮਨ ਵਜੀ ਬਦਾਈ, ਜਬ ਸਾਜਨ ਸੁਣੇ ਘਰ ਆਏ, ਗੁਣੀ ਗਿਆਨੀ ਬਹਿ ਮਤਾ ਪਕਾਇਆ, ਫੇਰੇ ਤਤ ਦੀਵਾਈ, ਫੇਰੇ ਤਤ ਦੀਵਾਏ। ਬਰ ਪਾਇਆ ਪੁਰਖ ਅਗੰਮ ਅਗੋਚਰ, ਸਦਨ ਬਤਨ ਬਾਲ ਸਿਖਾਈ, ਨਾਨਕ ਕਿਰਪਾ ਕਰਕੇ ਮਿਲੇ, ਵਿਛੜ ਕਦੇ ਨਾ ਜਾਈ। ਨਾਨਕ ਕਿਰਪਾ ਕਰਕੇ ਮਿਲੇ, ਵਿਛੜ ਕਦੇ ਨਾ ਜਾਈ। ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਰਹੇ ਗੁਰੂ ਪਿਆਰਿਓ, ਆਪ ਸਾਰੇ ਹੀ ਅਤੀ ਸਤਿਕਾਰਯੋਗ ਹੋ। ਗੁਰੂ ਕੀ ਪਾਵਨ ਬਾਣੀ ਸੁਣਨ ਸਮਝਣ ਦੇ ਲਈ ਪਹੁੰਚਦੇ ਹੋ। ਆਓ ਗੁਰਬਾਣੀ ਦੀ ਵਿਚਾਰ ਆਰੰਭ ਕਰੀਏ। ਬਾਣੀ ਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਆਪਸ ਵਿੱਚ ਗੁਰਫਤਿਹ ਦੀ ਸਾਂਝ ਪਾਉਣੀ। ਸਭ ਨੇ ਬੋਲਣਾ ਜੀ ਆਖਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ, ਜਿਨ੍ਹਾਂ ਦੀ ਉਪਮਾ ਵਡਿਆਈ ਵੇਖਣੀ ਹੋਵੇ ਤਾਂ ਭੱਟ ਸਾਹਿਬਾਨਾਂ ਦੀ ਰਚਨਾ ਪੜ੍ਹਿਆਂ, ਗੁਰੂ ਦਾ ਇਤਿਹਾਸ ਪੜ੍ਹਿਆਂ ਸਹਿਜੇ ਪਤਾ ਲੱਗ ਜਾਂਦਾ ਹੈ। ਇਹ ਕਹਿ ਸਕਦੇ ਹਾਂ ਮੇਰੇ ਮਾਲਕ ਦੀ ਵਡਿਆਈ ਬੇਅੰਤ ਹੈ, ਜਿਸ ਦਾ ਅੰਤ ਕੋਈ ਨਹੀਂ। ਸੱਚਾਈ ਇਹ ਆ ਵੀ ਜਿਹੜਾ ਬੇਅੰਤ ਪ੍ਰਭੂ ਦੀ ਵਡਿਆਈ ਬੇਅੰਤ ਮਾਲਕ ਨਾਲ ਜੁੜ ਗਿਆ,
ਉਹਦੀ ਜ਼ਿੰਦਗੀ ਦੇ ਵਿੱਚ ਵੀ ਬੇਅੰਤਤਾ ਆ ਜਾਵੇਗੀ। ਉਹਦੀ ਜ਼ਿੰਦਗੀ ਵੀ ਬੇਅੰਤ ਦਾ ਰੂਪ ਧਾਰਨ ਕਰ ਜਾਵੇਗੀ। ਬੇਅੰਤ ਤੋਂ ਭਾਵ ਅੰਤ ਕੋਈ ਨਹੀਂ। ਏਡੀਆਂ ਬਖਸ਼ਿਸ਼ਾਂ, ਏਡੀ ਕਿਰਪਾ, ਏਡੀ ਮਾਲਕ ਦੀ ਬਖਸ਼ਿਸ਼ ਹੋਵੇਗੀ ਕਿ ਉਹਦੀ ਜ਼ਿੰਦਗੀ 'ਚ ਵੀ ਅੰਤ ਕੋਈ ਨਹੀਂ ਹੋਵੇਗਾ। ਆਪਣੀ ਸਾਰਿਆਂ ਦੀ ਇੱਕ ਬੇਨਤੀ ਹੁੰਦੀ ਹੈ ਵੀ ਸਾਡੀ ਜ਼ਿੰਦਗੀ 'ਚ ਤੋਟ ਨਾ ਆਵੇ। ਅਸੀਂ ਆਮ ਹੀ ਸੁਭਾਵਿਕ ਗੱਲ ਕਰਦੇ ਹਾਂ ਵੀ ਇੰਨਾ ਕੁ ਸਾਡੇ ਘਰ ਦੇ ਵਿੱਚ ਸਾਡੀਆਂ ਲੋੜਾਂ ਮਟੀਰੀਅਲ ਹੋਵੇ ਵੀ ਅਸੀਂ ਧਰ ਭੁੱਲ ਗਏ। ਜਿੱਥੇ ਇਹ ਬੇਨਤੀ ਕੀਤੀ ਹੈ ਤੇ ਉੱਥੇ ਬੇਅੰਤ ਪ੍ਰਭੂ ਅੱਗੇ ਵੀ ਬੇਨਤੀ ਕਰੇਗੀ ਵੀ ਸਾਡੇ ਦਿਮਾਗ ਵਿੱਚ, ਸਾਡੀ ਸੁਰਤ ਵਿੱਚ ਘੜੀ ਹੈ, ਸੁਰਤ, ਮਤ, ਮਨ, ਬੁੱਧ ਵਿੱਚ ਇੰਨੀ ਕੁ ਤਾਕਤ ਬਖਸ਼ਿਸ਼ ਕਰੋ ਵੀ ਆਪ ਜੀ ਦੀ ਗੁਣਾਂ ਦੀ ਪਟਾਰੀ ਸਾਰੀ ਦੀ ਸਾਰੀ ਸਾਡੇ ਦਿਮਾਗ 'ਚ ਟਿਕ ਜਾਵੇ। ਬਖਸ਼ਿਸ਼ ਕਰੋ ਅਸੀਂ ਵੀ ਬੇਅੰਤ ਬਣ ਜਾਈਏ ਆਤਮਿਕ ਤਲ ਤੇ। ਸੋ ਕਹਿਣ ਤੋਂ ਭਾਵ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਖੁਦ ਬੇਅੰਤ ਨੇ ਤੇ ਬੇਅੰਤ ਪ੍ਰਭੂ ਪਰਮਾਤਮਾ ਦੀ ਵਡਿਆਈ ਕਰਦੇ ਨੇ। ਆਪਾਂ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਪੜ੍ਹੀਏ, ਸੁਣੀਏ ਤੇ ਬੇਅੰਤ ਪਰਮਾਤਮਾ ਨਾਲ ਜੁੜ ਜਾਈਏ। ਜਿਹਦੇ ਪਰਥਾਏ ਸਾਚੇ ਸਾਹਿਬਾ, ਕਿਆ ਨਾਹੀ ਘਰ ਤੇਰਾ। ਤੇਰਾ ਘਰ ਦੇ ਵਿੱਚ ਤਾਂ ਸਭ ਕੁਝ ਹੈ, ਇਹ ਕੁਛ ਹੈ ਹੀ ਨਹੀਂ ਵੀ ਤੇਰੇ ਘਰ ਵਿੱਚ ਨਾ ਹੋਵੇ। ਪਰ ਸਾਡੀ ਸੁਰਤਾ ਜਿਹੜੀ, ਸਾਡੀ ਭਾਵਨਾ ਜਿਹੜੀ, ਉਹ ਸ਼ੁੱਧ ਹੋਵੇ, ਤੇਰੇ ਦਰ ਤੋਂ ਲੈਣ ਦੀ ਪਾਤਰ ਬਣ ਜਾਵੇ। ਕਿਵੇਂ ਬਣੂਗੀ? ਅੱਜ ਦਾ ਪਾਠ, ਅੱਜ ਦਾ ਜੋ ਆਪਾਂ ਸ਼ਬਦ ਪੜ੍ਹਿਆ, ਇਸ ਪਾਵਨ ਸ਼ਬਦ ਦੀ ਵਿਚਾਰ ਨੂੰ ਆਪਣੇ ਹਿਰਦੇ 'ਚ ਵਸਾ ਕੇ, ਕਿਉਂਕਿ ਅਜੇ ਤੱਕ ਸਾਡਾ ਜਿਹੜਾ ਸੁਭਾਅ, ਸਾਡੇ ਜਿਹੜੇ ਖਿਆਲ ਨੇ ਉਹ ਇਹ ਨੇ ਵੀ ਅਸੀਂ ਬੇਅੰਤ ਪ੍ਰਭੂ ਤੋਂ ਧਿਆਨ ਤੋੜ ਕੇ ਹੋਰ ਪਾਸੇ ਲੈ ਜਾਂਦੇ ਹਾਂ। ਅਜੇ ਕਿਤੇ ਨਾ ਕਿਤੇ ਸਾਡੇ ਜੀਵਨ 'ਚ ਕਮੀ, ਕਿਤੇ ਨਾ ਕਿਤੇ ਸਾਡੇ ਜੀਵਨ ਦੇ ਵਿੱਚ ਇਹ ਦਿੱਕਤ ਹੈ। ਸੋ ਬਖਸ਼ਿਸ਼ ਕਰੇ ਮਾਲਕ। ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਆਇਆ ਲਗਨ ਗਣਾਏ ਹਿਰਦੈ ਧਨ ਉਮਾਹੀਆਂ ਬਲਰਾਮ ਜੀਓ। ਆਪਾਂ ਪਿਛਲੇਰੇ ਸ਼ਬਦ ਵਿੱਚ ਵੀ ਗੱਲ ਬੋਲੀ ਸੀ ਵੀ ਜਿਹੜੀ ਸ਼ਬਦ ਦੀ ਵਿਚਾਰ ਆ ਨਾ, ਵੈਸੇ ਤਾਂ ਸੂਹੀ ਰਾਗ ਜਿੱਥੋਂ ਆਪਾਂ ਪਿੱਛੇ ਤੋਂ ਪੜ੍ਹਦੇ ਆ ਰਹੇ ਹਾਂ, ਜੀਵ ਆਤਮਾ ਤੇ ਪ੍ਰਮਾਤਮਾ ਦੀ ਗੱਲ ਹੋ ਰਹੀ ਹੈ। ਮਤਲਬ ਜੀਵ ਆਤਮਾ ਪਤਨੀ ਦਾ ਰੂਪ ਤੇ ਪ੍ਰਮਾਤਮਾ ਪਤੀ ਦਾ ਰੂਪ। ਗੱਲ ਜੀਵ ਆਤਮਾ ਤੇ ਮਾਲਕ ਦੀ ਹੈ, ਪਰ ਗੁਰੂ ਸਾਹਿਬ ਨੇ ਸਮਝਾਉਣ ਦਾ ਯਤਨ ਆ ਜਿਹੜਾ ਸਾਨੂੰ ਸਰੀਰਕ ਤਲ ਤੇ ਉਦਾਹਰਣ ਦੇ ਕੇ, ਦ੍ਰਿਸ਼ਟਾਂਤ ਦੇ ਕੇ ਸਮਝਾਇਆ। ਅੱਜ ਦਾ ਜਿਹੜਾ ਇਹ ਸ਼ਬਦ ਦਾ ਲਾਸਟ ਵਾਲਾ ਬਣਦਾ, ਇਹਦੇ ਵਿੱਚ ਵੀ ਗੁਰੂ ਸਾਹਿਬ ਨੇ ਗੱਲ ਪਰਮਾਤਮਾ ਤੇ ਆਤਮਾ ਦੀ ਕੀਤੀ ਆ, ਪਰ ਸਮਝਾਇਆ ਬਾਹਰੀ ਤੌਰ ਤੇ ਇੱਕ ਪਤੀ ਤੇ ਪਤਨੀ ਦੇ ਜੀਵਨ ਚੋਂ ਸਿੱਧ ਲੈ ਕੇ ਹੈ। ਹੁਣ ਗੁਰੂ ਸਾਹਿਬ ਕਿਸੇ ਸਗਨ ਅਪਸਗਨ ਦੀ ਵਿਚਾਰ ਨਹੀਂ ਕਰਦੇ। ਗੁਰੂ ਸਾਹਿਬ ਤਾਂ ਸਗਨ ਅਪਸਗਨ ਤੋਂ ਉੱਪਰ ਆ ਨਾ। ਉਹਨਾਂ ਨੇ ਤਾਂ ਹੋਣੀ ਆ, ਗੁਰੂ ਦੇ ਸਿੱਖ ਵੀ ਸਗਨ ਅਪਸਗਨ ਤੋਂ ਉੱਪਰ ਨੇ। ਉਹ ਵੀ ਕਿਸੇ ਸ਼ੁਭ ਦਿਨ ਦਾ, ਸ਼ੁਭ ਮਹੂਰਤ ਦਾ, ਸ਼ੁਭ ਸਮੇਂ ਦਾ ਕੋਈ ਵਿਚਾਰ ਨਹੀਂ ਕਰਦੇ। ਬੇਦਸ ਮਾਹ ਰੁੱਤੀ ਥਿੱਤੀ ਬਾਰ ਭਲੇ। ਗੁਰੂ ਦੇ ਪਿਆਰਿਆਂ ਨੂੰ ਤਾਂ ਆਪਣੇ ਮਾਲਕ ਤੇ ਇੰਨਾ ਯਕੀਨ ਆ ਵੀ ਜੋ ਮੇਰੀ ਜ਼ਿੰਦਗੀ 'ਚ ਰੋਜ਼ ਦਿਨ ਆਉਂਦਾ ਨਾ, ਇਸ ਸਮਾਂ ਰੋਜ਼ਾਨਾ ਦਾ ਨਵਾਂ ਆਉਂਦਾ ਗਾ। ਪੁਰਾਣਾ ਤਾਂ ਹੈ ਹੀ ਨਹੀਂ ਕੁਛ, ਨਾ ਇਹ 'ਚ ਮਾੜਾ ਕੁਛ ਆ। ਜੇ ਮਾੜਾ ਹਾਂ ਤਾਂ ਮਾੜੇ ਮੇਰੇ ਲੱਛਣ ਨੇ, ਜੇ ਮਾੜਾ ਹਾਂ ਤਾਂ ਮੇਰੀ ਕਰਤੂਤ ਆ ਜਿਹੜੀ, ਮੇਰਾ ਸੁਭਾਅ ਜਿਹੜਾ ਉਹ ਮਾੜਾ ਹੋ ਸਕਦਾ, ਪਰ ਸਮਾਂ ਨਹੀਂ ਮਾੜਾ ਹੈ। ਸਮਾਂ ਆਪਣੀ ਚਾਲ ਉਹ ਪਰਮਾਤਮਾ ਦੇ ਹੁਕਮ ਵਿੱਚ ਚੱਲ ਰਿਹਾ ਹੈ। ਸੋਚੋ ਥੋੜਾ ਜਿਹਾ ਵੀ ਜੇ ਤਾਂ ਬੰਦੇ ਨੇ ਕੋਈ ਚੀਜ਼ ਬਣਾਈ ਆ, ਫਿਰ ਤਾਂ ਹੋ ਸਕਦਾ ਵੀ ਮਾੜੀ ਬਣਾਤੀ। ਇਹਦੇ ਤੇ ਮਾਲ ਘਟੀਆ ਲਾਤਾ, ਇਹਦੇ 'ਚ ਮਿਲਾਵਟ ਕਰਤੀ, ਘੱਟ ਤੋਲਿਆ। ਇਦਾਂ ਦੇ ਪੱਖ ਅਸੀਂ ਸੋਚ ਸਕਦੇ ਹਾਂ ਵੀ ਬੰਦੇ ਨੇ ਬਣਾਈ ਹੋਈ ਵਸਤੂ, ਪਦਾਰਥ ਉਹ ਘਟੀਆ ਬਣਾਤਾ ਭਾਈ।
ਹੁਣ ਜਿਹੜੇ ਦਿਨਾਂ ਦੀ ਤੇ ਰਾਤਾਂ ਦੀ ਸਮੇਂ ਦੀ ਲਾ ਲਓ, ਜੋ ਵੰਡ ਹੈ ਵੰਡ ਬੰਦੇ ਨੇ ਕੀਤੀ ਆ। 12 ਮਹੀਨੇ, ਮਹੀਨੇ 'ਚ 30 ਦਿਨ, ਫਿਰ 15 ਦਿਨਾਂ ਤੇ ਭਾਵ ਅੱਧ ਦੇ ਵਿੱਚ ਪੂਰਨਮਾਸੀ ਜਿਹਨੂੰ ਆਪਾਂ ਪੁੰਨਿਆ ਕਹਿ ਦਿੰਦੇ ਆ, 10 ਦਿਨਾਂ ਦਾ ਅੱਧ ਬਣਾ ਲਿਆ। ਇਦਾਂ ਬੰਦੇ ਨੇ ਵੰਡ ਕਰਤੀ। ਤੇ ਪਰ ਜਿਹੜਾ ਦਿਨ ਤੇ ਰਾਤ ਆ ਸਮਾਂ ਗਾ, ਇਹ ਪਰਮਾਤਮਾ ਨੇ ਬਣਾਇਆ। ਰੁੱਤਾਂ ਪਰਮਾਤਮਾ ਨੇ ਬਣਾਈਆਂ, ਇਹ ਬੰਦੇ ਨੇ ਨਹੀਂ ਬਣਾਈਆਂ। ਭਾਵ ਮੌਸਮ ਬਦਲਦਾ ਹੈ, ਉਹ ਰੱਬ ਦੇ ਹੁਕਮ 'ਚ ਬਦਲਦਾ। ਦਿਨ ਬਦਲਦਾ ਹੈ, ਰਾਤ ਬਦਲਦੀ ਹੈ, ਇਹ ਰੱਬ ਜੀ ਦੇ ਹੁਕਮ 'ਚ ਆ। 15 ਦਿਨ ਹਨੇਰੇ ਦੇ ਨੇ ਤੇ 15 ਦਿਨਾਂ ਦਾ ਭਾਵ ਪੱਖ ਚਾਨਣ ਦਾ ਹੁੰਦਾ ਗਾ। ਹਰ ਵਕਤ ਸੂਰਜ ਦੀ ਡਿਊਟੀ ਆ, ਭਾਵੇਂ ਸਿਆਲ ਆ ਭਾਵੇਂ ਗਰਮੀ ਆ, ਉਹਨੇ ਆਪਣੀ ਡਿਊਟੀ ਕਰਨੀ ਹੀ ਕਰਨੀ ਹੈ। ਉਹ ਕਿਸੇ ਦੇ ਬੰਦੇ ਦੇ ਹੁਕਮ 'ਚ ਨਹੀਂ ਹਨ। ਸੋਚ ਕੇ ਦੇਖੋ, ਜੋ ਰੋਜ਼ਾਨਾ ਦਾ ਦਿਨ ਆਪਣੀ ਜ਼ਿੰਦਗੀ 'ਚ ਚੜ੍ਹਦਾ ਨਾ ਆਉਂਦਾ, ਉਹ ਬੰਦਾ ਥੋੜ੍ਹੀ ਲੈ ਕੇ ਆਉਂਦਾ ਵੀ ਕਿਸੇ ਇਹ ਟਾਟੇ ਬਿਰਲੇ ਦੇ ਕਹਿਣੇ 'ਚ ਜਾਂ ਮੁਕੇਸ਼ ਅੰਬਾਨੀ ਦੇ ਕਹਿਣੇ 'ਚ, ਜਿਨ੍ਹਾਂ ਦੀਆਂ ਅੱਜ ਲੜਾਈਆਂ ਚੱਲਦੀਆਂ ਵੀ ਉਹਨਾਂ ਦੇ ਕਹਿਣੇ 'ਚ। ਨਾ ਨਾ ਨਾ, ਇਹ ਤਾਂ ਰੱਬ ਜੀ ਦੇ ਹੁਕਮ ਵਿੱਚ ਆ। ਰਾਤੀ ਰੁੱਤੀ ਥਿੱਤੀ ਵਾਰ, ਰਾਤਾਂ ਰੁੱਤਾਂ ਥਿੱਤਾਂ ਵਾਰਾਂ ਦਿਨ ਸਭ ਇਹ ਉਹ ਅਕਾਲ ਪੁਰਖ ਦੇ ਹੁਕਮ 'ਚ ਨੇ। ਸਗਨ ਅਪਸਗਨ ਇਹ ਬੰਦੇ ਨੇ ਆਪਣੀ ਕਾਢ ਕੱਢੀ ਆ। ਆਹ ਦਿਨ ਮਾੜਾ, ਵਾਰ ਮਾੜਾ, ਮੰਗਲਵਾਰ ਮਾੜਾ, ਇਸ ਦਿਨ ਅੱਗ ਦੀ ਪੂਜਾ ਕਰੋ, ਸਪੈਸ਼ਲ ਦੇਵੀ ਦੇਵਤੇ ਦੀ ਪੂਜਾ ਕਰੋ, ਸ਼ਨੀ ਦੇਵਤੇ ਦੀ ਪੂਜਾ ਕਰੋ। ਇਹ ਬੰਦੇ ਨੇ ਆਪਣੀ ਜ਼ਿੰਦਗੀ 'ਚ ਭਰਮ ਨੇ ਅਪਣਾ ਲਏ। ਇਹ ਕਿਉਂ ਅਪਣਾ ਲਏ? ਕਿਉਂਕਿ ਬੰਦੇ ਨੂੰ ਡਰ ਲੱਗਦਾ ਹੈਗਾ ਮੌਤ ਤੋਂ। ਉਦਾਹਰਨ ਲੈ ਲਓ ਵੀ ਆਪਾਂ ਰਾਤ ਦਾ ਵਕਤ ਆ, ਰਸਤੇ ਵਿੱਚ ਲੰਮੀ ਰੱਸੀ ਵਸਾਈ ਪਈ ਆ। ਹੁਣ ਹੈ ਰੱਸੀ, ਸਾਡੇ ਮਨ ਨੇ ਸਾਨੂੰ ਸੁਨੇਹਾ ਦੇ ਦਿੱਤਾ, ਕਹਿੰਦਾ ਸੱਪ ਪਿਆ। ਅਸੀਂ ਡਰ ਗਏ, ਪਾਸੇ ਹੋ ਗਏ। ਹੈ ਰੱਸੀ, ਮਨ ਨੇ ਸੁਨੇਹਾ ਗਲਤ ਲਾਤਾ, ਸਾਡਾ ਸਰੀਰ ਡਰ ਗਿਆ, ਪਾਸੇ ਹੋ ਗਏ ਵੀ ਸੱਪ ਆ। ਕਿਉਂ? ਕਿਉਂਕਿ ਸੱਪ ਤੋਂ ਡਰ ਲੱਗਦਾ ਵੀ ਲੜ ਗਿਆ ਮੌਤ ਹੋਵੇਗੀ। ਮਨ ਨੇ ਮੰਨ ਲਿਆ। ਇਹ ਕੀ ਹੈ? ਭਰਮ ਆ। ਜਦੋਂ ਦਿਨ ਚੜ੍ਹਿਆ ਵੇਖਿਆ ਉਹ ਸੱਪ ਨਹੀਂ, ਉਹ ਰੱਸੀ ਸੀ। ਮਨ ਨੇ ਸੁਨੇਹਾ ਦੁਬਾਰੇ ਲਾ ਦਿੱਤਾ, ਕਹਿੰਦਾ ਊਂ ਡਰੀ ਗਿਆ ਰਾਤ। ਇਵੇਂ ਜਿਵੇਂ ਬਸ ਇਹ ਜਿਹੜੇ ਪੱਖ ਨੇਗੇ, ਗੁਰੂ ਸਾਹਿਬ ਜੀ ਕਹਿੰਦੇ ਤੇਰੇ ਮਨ ਦੇ ਅੰਦਰ ਦੇ ਖਿਆਲਾਂ ਦੇ ਆਧਾਰ ਤੇ ਬਣੇ ਹੋਏ ਨੇ। ਕਈਆਂ ਦੇ ਮਨ ਨਿਡਰ ਹੁੰਦੇ ਨੇ। ਡਰ ਡਰ ਡਰਨਾ ਮਨ ਕਾ ਸ਼ੋਰ। ਪਾਤਸ਼ਾਹ ਜੀ ਕਹਿੰਦੇ ਡਰਨ ਦੀ ਜਿਹੜੀ ਅਵਸਥਾ ਨਾ, ਸਰੀਰ ਨਹੀਂ ਡਰਦਾ, ਸਰੀਰ ਨੂੰ ਮਨ ਡਰਾਉਂਦਾ। ਰਾਤ ਹੋ ਗਈ, ਤੈਨੂੰ ਘੇਰ ਲੂ ਕੋਈ, ਤੈਨੂੰ ਕੁੱਟ ਦੂ, ਤੈਨੂੰ ਮਾਰ ਦੂ, ਐ ਹੋ ਜੂ, ਵਾਹ ਹੋ ਜੂ। ਮਨ ਨੇ ਸੁਨੇਹਾ ਗਲਤ ਲਾਤਾ। ਅੱਛਾ, ਜਿਨ੍ਹਾਂ ਦਾ ਮਨ ਬਲਵਾਨ ਆ ਨਾ, ਉਹਨਾਂ ਦਾ ਤਨ ਨਹੀਂ ਡਰਦਾ। ਤਨ ਤਾਂ ਆਗਿਆਕਾਰੀ, ਤਨ ਤਾਂ ਮਨ ਦਾ ਨੌਕਰ ਆ। ਜਿਹੜਾ ਤਨ ਆ ਨਾ, ਇਹ ਮਨ ਦਾ ਨੌਕਰ ਹੈਗਾ। ਜਿਵੇਂ ਮਨ ਕਹਿ ਦਿੰਦਾ ਤਨ ਉਵੇਂ ਮੰਨ ਲੈਂਦਾ। ਇਸੇ ਕਰਕੇ ਬਾਣੀ 'ਚ ਜਿੰਨੀ ਗੱਲ ਆਉਂਦੀ ਆ ਮਨ ਦੀ ਆਉਂਦੀ, ਮਨ ਨੂੰ ਤਕੜਾ ਕਰ ਲਾ। ਕਈ ਵਿਅਕਤੀ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਸਰੀਰਕ ਤਲ ਤੇ ਬਿਮਾਰੀਆਂ ਬੜੀਆਂ ਭੈੜੀਆਂ ਹੁੰਦੀਆਂ, ਪਰ ਮਨ ਕਰਕੇ ਇੰਨੇ ਨਿਡਰ ਹੁੰਦੇ ਨੇ ਵੀ ਉਹਨਾਂ ਨੂੰ ਡਰ ਨਹੀਂ ਲੱਗਦਾ। ਪ੍ਰਵਾਹ ਨਹੀਂ ਮੰਨਦੇ ਕਿ ਬੇਪਰਵਾਹ ਹੋ ਜਾਂਦੇ ਨੇ। ਕਈਆਂ ਦੇ ਮਨ ਬੜੇ ਕਮਜ਼ੋਰ ਹੁੰਦੇ ਨੇ। ਸਰੀਰ ਭਾਵੇਂ ਅਜੇ ਨੋਰਮਲ ਬਿਮਾਰੀ ਵਿੱਚ ਹੋਵੇ, ਉਹ ਪਹਿਲੀ ਅਕਾਲ ਚਲਾਣਾ ਕਰ ਜਾਂਦੇ ਨੇ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਇਹ ਜਿਹੜੀ ਗੱਲ ਅੱਜ ਦੇ ਸਮੇਂ ਵਿੱਚ, ਅੱਜ ਦੇ ਇਸ ਵਕਤ ਵਿੱਚ ਸ਼ਬਦ ਵਿੱਚ ਗੁਰੂ ਸਾਹਿਬ ਨੇ ਕਹੀ ਆ, ਲਗਨ ਦੀ, ਸਗਨ ਦੀ, ਮੁਹੂਰਤ ਦੀ, ਇਹ ਗੁਰੂ ਸਾਹਿਬ ਨਹੀਂ ਅਪਣਾਉਂਦੇ। ਕੇਵਲ ਸਾਨੂੰ ਇੱਕ ਥੋੜਾ ਜਿਹਾ ਸਾਡੀ ਜ਼ਿੰਦਗੀ ਦਾ ਵਿਸ਼ਾ ਗਾ ਜਿਹੜਾ, ਉਹਨੂੰ ਸੋਹਣਾ ਬਣਾਉਣ ਦੇ ਲਈ ਕਹਿ ਰਹੇ ਨੇ। ਹੁਣ ਸਮਝਾਇਆ ਕੀ ਆ? ਆਇਆ ਲਗਨ, ਲਗਨ ਤੋਂ ਭਾਵ ਮੁਹੂਰਤ। ਆਇਆ ਲਗਨ, ਗਣਾਈ, ਗਣਾਏ ਤੋਂ ਭਾਵ ਮੈਂ ਗਿਣਤੀ ਮਿਣਤੀ ਕੀਤੀ। ਨਾ ਨਾ ਨਾ, ਚੌਥੇ ਪਾਤਸ਼ਾਹ ਥੋੜੀ ਗਿਣਤੀਆਂ ਮਿਣਤੀਆਂ ਕਰਦੇ। ਆਇਆ ਲਗਨ ਗਣਾਈ ਹਿਰਦੈ ਧਨ। ਧਨ ਤੋਂ ਭਾਵ ਇੱਥੇ ਆ ਇਸਤਰੀ। ਧਨ ਤੋਂ ਭਾਵ ਸਾਡੀ ਸਤਿਕਾਰਯੋਗ ਕੋਈ ਭੈਣ, ਮਾਂ, ਬੱਚੀ ਦੀ ਗੱਲ ਹੈ ਇੱਥੇ। ਧਨ ਵੀ ਕਿਹਾ ਔਰਤ ਨੂੰ, ਕਾਮਣ ਵੀ ਕਿਹਾ।
इस करके पातशाह जी कहते आया लगन गणाए धन हिरदै धन उमाहियां बलराम जीओ। कहते बच्ची दा विआह हुण ओ दिन ओ सागन वाला दिन ओ मुहूर्त वाला दिन समा आवड़िया जिस दिन बच्ची दा विआह हो जाना ते इहने अपने पेके घर दे विचों सोहरे घर विच जा वड़ना एक रीत दे मुताबिक पिछोकड़ जो साडा। कहंदे ओ पत्नी दे अंदर अपने परिवार सोहरे परिवार दे प्रथाए पति दे प्रथाए अंदर चाह लिखिया कि हिरदै हिरदे दे विच धन उस भैन दे अंदर उस बच्ची दे अंदर धन उमाहियां उमाहियां तो भाव चाह बलराम जीओ भाव ओनू ओ समा सुन के चाह अंदरों खुशी चढ़ गई। ओ मुहूर्त दा दिन ओ सगन दा दिन ओ विआह दा दिन सुन के चौथे पातशाह जी कहंदे अंदरों खुशी प्रगट कर रही है। इन्नी को खुशी आ भी वो खुशी किसी को ज़ाहिर भी नहीं करती अंदर अंदर बहुत खुश आ। अगे पातशाह जी कहते पंडित पादे आन पत्ती बह बचाइया बलराम जीओ। कहते पंडित नूं बुलाया गया उन्हें पत्तरी खोल के वेखी जिन्हों आपां जंतरी कह दिंदे आ पांडे पंडित पांदे नूं बुलाया गया उन्हें लगन वगैरह मुहूर्त वगैरह का दिन सानू कढ़ के दिता। वाहिगुरू भला करे पर इनू आपां हवाला दिता पातशाह ने मनना नहीं मनना किवें नहीं गुरु से साहब ने सानू समझाया भी एक परिवारक तल ते इदां दा माहौल आगा पर रब दे प्यारे वो पत्तरी नहीं बचते ना वो नहीं देखते भी जंतरी च किहड़ा दिन चंगा लिखिया किहड़ा माड़ा लिखिया। हुण जंतरी किहने बनाई है डायरी किहने छापी है। हुण मान लो वाहिगुरू भला करे बहुते ने जिहड़े कहंदे नानक साई कैलेंडर दे मगरों ही पए पए ने सिक्खा पर अज तां भाई जिहड़ी डायरी है ना जिहड़ी अपनी जेब च आ जां मान लो अपने घरां च जंतरी वगैरह वो भी गलत आ। क्योंकि आ नराते नरूते जे पिछे लंघे श्राद्ध हुण चलदे नहीं अपनी कहावत आ 9 नराते 10वां दशहरा कित्थे आ दिवाली कित्थे आ। ये उन्हां लोकां दी गल आ अपनी गल नहीं है। सानू कोई मतलब नहीं कदों दिवाली आऊ कदों दशहरा आऊ कदों की कदों ना सानू उहदे नाल कोई मतलब नहीं। नराते नूते जे किद्दे दे गए ने ते अजे 10वीं 2वीं जिहड़ा कुछ हुंदा गा दशहरे दसूरा जा वो अजे आया नहीं गा तो बड़ा पिछे फिरदा गा। उन्हां दी भी गलत हो गई सोचो वो तो गलत है ही है पर एक दृष्टांत आ सानू समझाउण दे लई भी जे असीं मन्नीए तां महीनिਆਂ ਦਾ बदला आ जांदा गा। इस करके साहब सच्चे पातशाह जी कहते ये सब कुछ जो वो जंतरी विच लिखिया एक बंदे ने लिखिया रब ने नहीं लिखिया। एक गल सोचनी पऊगी बंदा बंदे दी लिखी हुई गल ते किन्ना यकीन कर बैंदा ते गुरु दी लिखी हुई गल ते बंदा यकीन नहीं करता। सोच के देखो 30 सेकंडां वास्ते ना 1 मिनट वास्ते अपने दिमाग दे विच इस गल नूं थोड़ा जिहा ला के वेखो भी सच आ यार बिल्कुल सच्ची गल आ। बंदे ने 20-50 पन्नियां दी पत्तरी लिखती ना ओदियां लिखतां ते तां सानू यकीन आ पर गुरु पातशाह जी ने 1430 अंग गुरु ग्रंथ साहिब महाराज जी दा लिख के सानू एडा वड्डा खजाना दे दिता सानू मालक बना दिता इहदे ते यकीन नहीं है। देखो वाहिगुरू भला करे आपां अपनी सुरत नूं पुछ के देखो भी सानू गुरु ते किन्ना क यकीन आ। लज्जत तां फेर ही आ ना स्वाद फेर आ। अच्छा जंतरी च की लिखिया कल नूं दिन माड़ा असीं बदलता ना भाई कल नूं नहीं बरात चढ़नी चाहिए कल नूं थोड़ी सगन रखांगे असीं ना 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 कल नूं थोड़ी भोग पाउणा गा ना कल नूं दिन ही माड़ा गा। हुण जदों आपां गुरु कोले आ गए गुरु कहंदा बेदशमा रुत्ती थित्ती बार भले कोई भी दिन माड़ा है ही नहीं सारे दिन भले ने जो दिन आवे जो भी दिन आउंदा सब भले नेगे उहदे विच कोई परमात्मा ने स्पैशल माड़ा दिन माड़ा समा बना के नहीं तोरिया। हाँ माड़ा समा कदों आ पिछे जे हुण चलदी है ना भी काला कानून आ जिहड़ा उहदे ते किसे राष्ट्रपति ने साइन कीते वो साडे किसानां लई मजदूरां लई काला दिन परमात्मा ने बनाया नहीं काला दिन ओह पर उस दिन घटना वापर गई
ਉਸ ਦਿਨ ਦੁਨੀਆ ਦੇ ਵਿੱਚ ਦੁਨੀਆ ਦੇ ਆਗੂ ਲੋਕਾਂ ਨੇ ਮਾੜੇ ਕਾਨੂੰਨ ਦੀ ਸਥਾਪਨਾ ਕੀਤੀ ਆ। ਉਹਦੇ ਮਤਲਬ ਕਿ ਉਹਨੂੰ ਆਰੰਭ ਕਰਤਾ। ਸਾਡੇ ਲਈ ਤਾਂ ਉਹ ਘਟੀਆ ਦਿਨ ਨਹੀਂ ਮਾੜਾ ਹੈ, ਉਹ ਪਰ ਦਿਨ ਦੇ ਵਿੱਚ ਕੰਮ ਮਾੜਾ ਹੋਇਆ, ਉਹ ਦਿਨ ਦੇ ਵਿੱਚ ਗਲਤ ਕਾਰਜ ਹੋਇਆ। ਇਸ ਗੱਲ ਨੂੰ ਸਮਝਣਾ ਆਪਾਂ, ਪਰ ਦਿਨ ਨਹੀਂ ਮਾੜਾ ਹੈ। ਪਾਤਸ਼ਾਹ ਜੀ ਕਹਿੰਦੇ ਨਾ ਪੁਣਾਈ ਹੈ ਨਾ ਸਵਾਈ। ਚਲੋ ਕਹਿਣ ਤੋਂ ਭਾਵ ਇੱਥੇ ਗੱਲ ਕੀਤੀ ਆ ਪੰਡਤ ਪਾਂਦੇ ਆਣ ਬਹਿ ਕੇ ਪੱਤਰੀ, ਪੱਤੀ ਲਿਖਿਆ ਇੱਥੇ, ਪੱਤੀ ਬਚਾਇਆ ਬਲਰਾਮ ਜੀਓ। ਹੁਣ ਗੁਰੂ ਸਾਨੂੰ ਕੀ ਕਹਿੰਦਾ, ਪੱਤਰੀ ਦੇਖਣੀ ਹੈ, ਬਾਚਣੀ ਤੋਂ ਭਾਵ ਪੱਤਰੀ ਵੇਖਣੀ। ਹੁਣ ਇਸ ਪੰਕਤੀ ਨੂੰ ਆਪਾਂ ਹੀ ਨਹੀਂ ਲੈਣਾ ਵੀ ਗੁਰੂ ਸਾਹਿਬ ਕਹਿੰਦੇ ਪੱਤਰੀ ਦਿਖਾ ਲਿਆ ਕਰ, ਵੇਖ ਲਿਆ ਕਰਨਾ। ਗੁਰੂ ਸਾਹਿਬ ਤਾਂ ਕਹਿੰਦੇ ਮਨ ਕੀ ਪੱਤਰੀ ਬਾਚਣੀ, ਸੁਖੀ ਹੂੰ ਸੁਖ ਸਾਰ। ਆਪਣੇ ਦਿਮਾਗ ਨੂੰ ਪੁੱਛ, ਮਨ ਕੀ ਪੱਤਰੀ ਬਾਚਣੀ, ਵੀ ਕੀ ਜਿਹੜੀ ਗੱਲ ਤੂੰ ਸੁਣ ਰਿਹਾ, ਜਿਹੜੀ ਪੱਤਰੀ ਖਲਾਈ ਹੈ, ਇਹ ਸਹੀ ਹੈ ਗਲਤ ਆ? ਹੁਣ ਦਿਮਾਗ ਕੀ ਜਵਾਬ ਦੇ ਗਿਆ? ਦਿਮਾਗ ਤੋਂ ਸੁਣ, ਜਿਹੋ ਜਿਹਾ ਉਹ ਤੈਨੂੰ ਸੰਦੇਸ਼ ਦੇਵੇਗਾ, ਉਹ ਸੰਦੇਸ਼ ਨੂੰ ਗੁਰੂ ਨਾਲ ਮਿਲਾ। ਮਨ ਨੂੰ ਪੁੱਛਣ ਤੋਂ ਭਾਵ ਮਨ ਨੇ ਚਲੋ ਮੰਨ ਲਓ ਕਹਿਤਾ ਵੀ ਹਾਂ ਸਹੀ ਆ, ਫਿਰ ਦਿਮਾਗ ਨੂੰ ਕਹਿਆ ਦਾ ਕੰਨ ਫੜ ਕੇ ਨਾ ਆਪਾਂ ਗੁਰੂ ਕੋਲੇ ਲੈ ਕੇ ਜਾਣਾ। ਆਪਣੇ ਮਨ ਦਾ ਕੰਨ ਫੜ ਕੇ, ਦਿਮਾਗ ਦਾ ਕੰਨ ਫੜ ਕੇ ਗੁਰੂ ਕੋਲੇ ਲਿਆਉਣਾ। ਗੁਰੂ ਕਹਿੰਦਾ ਨਹੀਂ, ਮਨ ਕੀ ਪੱਤਰੀ ਬਾਚਣੀ, ਸੁਖੀ ਹੂੰ ਸੁਖ ਸਾਰ। ਆਪਣੇ ਮਨ ਦੀ ਪੱਤਰੀ ਬਾਚ ਲਈ, ਬਾਹਰੀ ਪੱਤਰੀ ਛੱਡ ਦੇ। ਮਨ ਜੇ ਗਲਤ ਖਿਆਲ ਦਿੰਦਾ ਜਾਂ ਚੰਗਾ ਖਿਆਲ ਦਿੰਦਾ, ਉਹਦੀ ਪੜਚੋਲ, ਜਿਹਨੂੰ ਆਪਾਂ ਕਸਵੱਟੀ ਕਹਿ ਦਿੰਦੇ ਆ। ਮੰਨ ਲਓ ਪਰਿਵਾਰ ਆ, ਪਰਿਵਾਰ ਦੇ ਵਿੱਚ ਕਿਸੇ ਗੱਲ ਦਾ ਝਗੜਾ ਹੋ ਗਿਆ, ਆਪਾਂ ਕਿਹਦੇ ਕੋਲ ਜਾਂਦੇ? ਚਲੋ ਵੀ ਸਰਪੰਚ ਕੋਲੇ, ਨੰਬਰਦਾਰ ਕੋਲ, ਇਦਾਂ ਆਪਾਂ ਪਿੰਡ ਦੇ ਕਿਸੇ ਮੋਹਤਵਾਰ ਸੱਜਣ ਕੋਲ ਚੱਲ ਜਾਂਦੇ ਆ ਵੀ ਉੱਥੇ ਜਾ ਕੇ ਆਪਾਂ ਫੈਸਲਾ ਕਰਾਓ ਯਾਰ। ਆਪਣੀ ਗੱਲ ਗਲਤ ਹੋ ਸਕਦੀ ਆ, ਦੋ ਭਰਾਵਾਂ ਦੀ, ਦੋ ਪਰਿਵਾਰਾਂ ਦੀ ਗੱਲ ਗਲਤ ਹੋ ਸਕਦੀ ਆ, ਆਪਾਂ ਸਿਆਣੇ ਸੱਜਣ ਤੋਂ ਰਾਏ ਲੈ ਲੈਂਦੇ ਆ। ਹੁਣ ਗੁਰੂ ਤੋਂ ਆਪਣੇ ਮਨ ਦਾ ਕੰਨ ਫੜਿਆ, ਗੁਰੂ ਕੋਲੇ ਲਿਆਂਦੇ, ਇੱਥੇ ਲੈ ਕੇ ਉਹਨੂੰ ਪੁੱਛ ਲਿਆ। ਇਹ ਕਹਿੰਦਾ ਨਹੀਂ, ਗਣ ਗਣ ਜੋਤਕ ਕਾਂਢੀ ਕੀਨੀ, ਪੜ੍ਹੈ ਸੁਣਾਵੈ ਤਤ ਨਾ ਚੀਨੀ। ਇਹ ਤਾਂ ਪੰਡਤ ਨੂੰ ਅਕਲ ਹੀ ਨਹੀਂ ਹੈ। ਗੁਰੂ ਨੇ ਕਹਿਤਾ ਮਾਫ ਕਰਨਾ, ਜੇ ਬੰਦਾ ਕਵੇ ਨਾ, ਉਹ ਪੰਡਤ ਦੀ ਹਮਾਇਤ 'ਚ ਖੁਦ ਪੰਡਤ ਡਾਂਗ ਲੈ ਕੇ ਸਾਡੇ ਘਰ ਆ ਜਾਊਗਾ। ਆਊਗਾ ਨਾ, ਆਉਣਾ ਹੀ ਅਗਲੇ ਨੂੰ ਸੁਭਾਵਕ ਆ, ਪਰ ਗੁਰੂ ਨੇ ਕਹਿ ਦਿੱਤਾ ਇੱਥੇ ਗੱਲ ਗੁਰੂ ਦੀ, ਆਪਣੀ ਗੱਲ ਨਹੀਂ ਹੈ। ਉਹ ਕਹਿੰਦਾ ਗਣ ਗਣ ਜੋਤ ਕਾਂਢੀ ਕੀਨੀ, ਪੜ੍ਹੈ ਸੁਣਾਵੈ ਤਤ ਨਾ ਚੀਨੀ। ਕਹਿੰਦਾ ਅਸਲੀਅਤ ਦਾ ਨੂੰ ਕਮਲੇ ਨੂੰ ਪਤਾ ਹੀ ਨਹੀਂ ਹੈ। ਤਤ ਨਾ ਚੀਨੀ ਤੋਂ ਭਾਵ ਇਹ ਜਾਣਦੇ ਹੀ ਨਹੀਂ ਤਤ ਬਾਰੇ, ਤਾਂ ਵੀ ਅਸਲੀ ਗੱਲ ਕੀ ਆ। ਅਸਲੀ ਗੱਲ ਆ, ਗੁਰੂ ਸਾਹਿਬ ਕਹਿੰਦੇ ਅਸੀਂ ਕਿਸੇ ਲਗਨ 'ਚ, ਕਿਸੇ ਸਗਨ 'ਚ, ਕਿਸੇ ਅਪਸਗਨ ਵਿੱਚ, ਕਿਸੇ ਸਪੈਸ਼ਲ ਪੱਤਰੀ, ਡਾਇਰੀ ਕਹਿ ਲੋ, ਜੰਤਰੀ ਕਹਿ ਲੋ, ਉਹਦੇ ਚੱਕਰ 'ਚ ਬਿਲਕੁਲ ਵੀ ਨਹੀਂ ਪੈਣਾ। ਇੰਨਾ ਕੀ ਦੇਸੀ ਭਾਸ਼ਾ ਨਾ, ਆਪਣੀ ਪੰਜਾਬੀ ਭਾਸ਼ਾ, ਪੰਜਾਬੀ ਬੋਲੀ 'ਚ ਇੰਨੀ ਸਮਝ ਜਗੇ। 20-50 ਰੁਪਈਆਂ ਦੀ ਪੱਤਰੀ ਤੇ 20-50 ਉਹਦੇ ਪੰਨੇ ਨੇ, ਉਹਦੇ ਤੇ ਆਪਾਂ ਯਕੀਨ ਕਰ ਲਿਆ। ਕਿੱਡੀ ਬੇਵਿਸ਼ਵਾਸੀ ਹੈ ਸਾਡੀ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮਹਾਨ ਗ੍ਰੰਥ, ਕਿੰਨਾ ਕੋ ਮਹਿੰਗਾ, ਮੁੱਲ ਕੋਈ ਨਹੀਂ, ਤੇ ਜੋ ਉਹ ਬੋਲਦਾ ਉਹਦੇ ਤੇ ਯਕੀਨ ਨਹੀਂ ਕੀਤਾ। ਐਦੂ ਵੱਡੇ ਅਸੀਂ ਇਕਰਤ ਘਣ ਕੀ ਹੋ ਸਕਦੇ ਆ? ਮਤਲਬ ਆਪਣੇ ਬਾਪੂ ਦੇ ਕਹੀ ਗੱਲ ਤੇ ਯਕੀਨ ਨਹੀਂ, ਗੁਆਂਢੀ ਦੇ ਕਿਸੇ ਹੋਰ ਦੇ ਕਹੇ ਤੇ ਯਕੀਨ ਕਰ ਲਿਆ। ਹੁਣ ਬਾਪੂ ਕੀ ਕਹੂ, ਪੁੱਤ ਮੇਰਾ ਤਜਰਬਾ, ਮੈਂ ਜੋ ਤੈਨੂੰ ਕਹਿਣਾ ਉਹ ਸਹੀ ਕਹਿਣਾਗਾ, ਪਰ ਤੂੰ ਗੁਆਂਢੀਆਂ ਪਿੱਛੇ ਲੱਗ ਗਿਆ ਨਾ, ਵਾਹਿਗੁਰੂ ਭਲਾ ਕਰੇ। ਇਦਾਂ ਉਧਾਰ ਨਾ ਸਮਝਣ ਵਾਸਤੇ ਤੂੰ ਪਿੰਡ ਪਿੱਛੇ ਲੱਗ ਗਿਆ ਨਾ, ਤੂੰ ਹੋਰਾਂ ਪਿੱਛੇ ਲੱਗ ਗਿਆ, ਦੇਖ ਲੈ ਇੱਕ ਦਿਨ ਧੋਖਾ ਖਾਣਾ ਪਊ ਤੈਨੂੰ, ਤੇਰੀ ਮਰਜ਼ੀ ਆ। ਹੁਣ ਗੁਰੂ ਸਾਡਾ ਹੀ ਕਹਿੰਦਾ ਵੀ ਦੇਖ ਲਾ, ਐਵੇਂ ਵਾਧੂ ਪੱਤਰੀਆਂ ਦੇ ਵਿੱਚ ਨਹੀਂ ਪੈਣਾ। ਇੱਥੇ ਗੱਲ ਸਮਝਾਈ ਆ ਇੱਕ ਬੱਚੀ ਦੀ, ਭਾਵ ਮਨ ਕੀ ਪੱਤਰੀ ਬਾਚਣੀ ਹੂੰ ਸੁਖੀ ਹੂੰ ਸੁਖ ਸਾਰ ਦੇ ਕਨਸੈਪਟ ਨੂੰ ਅਸੀਂ ਮੰਨਣਾਗਾ। ਪਰ ਪਾਤਸ਼ਾਹ ਜੀ ਕਹਿੰਦੇ ਪੰਡਤ ਪਾਂਦੇ ਆਣ ਬਹਿ ਪੱਤੀ ਬਚਾਇਆ ਬਲਰਾਮ ਜੀਓ। ਹੁਣ ਉੱਥੇ ਪੰਡਤ ਤੋਂ ਭਾਵ ਕੀ ਹੈ? ਸਿਆਣੇ ਸੱਜਣ। ਪੰਡਤ ਕਹਿੰਦੇ ਨੇ ਵਿਦਵਾਨ ਨੂੰ, ਪੰਡਤ ਕਿਸੇ ਜਾਤ ਦਾ ਨਾਂ ਨਹੀਂ ਹੈ। ਪੰਡਤ ਕਹਿੰਦੇ ਨੇ ਸਿਆਣੇ ਸੱਜਣ। ਸਿਆਣੇ ਸੱਜਣਾ ਨੇ ਬਹਿ ਕੇ ਰਹਿ ਕੀਤੀ ਆਪਸ ਵਿੱਚ। ਕੀ ਰਹਿ ਕੀਤੀ? ਕਹਿੰਦੇ ਆਪਣੀ ਧੀ ਵਿਆਹੁਣ ਵਾਲੀ ਹੋ ਗਈ, ਹੁਣ ਇਹਦੇ ਵਾਸਤੇ ਕੋਈ ਵਰ ਲੱਭ ਲਓ। ਰੀਤ ਆ ਨਾ, ਹੁਣ ਰੀਤ ਦੇ ਮੁਤਾਬਕ ਉਹ ਪੱਤਰੀ ਬਾਚੇਗੀ। ਮਨ ਕੀ ਪੱਤਰੀ ਬਾਚਣੀ, ਸੁਖੀ ਹੂੰ ਸੁਖ ਸਾਰ। 5 ਬੰਦਿਆਂ ਨੇ, ਮੰਨ ਲਓ ਮਾਂ ਵਹਿ ਗਈ, ਪਿਓ ਵਹਿ ਗਿਆ, ਦਾਦਾ ਵਹਿ ਗਿਆ, ਦਾਦੀ ਵਹਿ ਗਈ, ਚਾਚਾ ਤਾਇਆ, ਹੋਰ ਨੇੜੇ ਦੇ ਮਿੱਤਰ ਪਿਆਰੇ ਬੁਲਾ ਲਏ, ਇਕੱਠੇ ਹੋ ਗਏ। ਹੁਣ ਆਹ ਰਾਇ ਕਰ ਲਈ ਵੀ ਆਪਣੀ
ਧੀ ਜਾਂ ਲੜਕਾ ਲੜਕੀ ਜੋ ਵੀ ਹੈ, ਇਹਨਾਂ ਦਾ ਵਿਆਹ ਦਾ ਸਮਾਂ ਉਮਰ ਦੇ ਲਿਹਾਜ਼ ਨਾਲ ਹੋ ਚੁੱਕਿਆ ਤੇ ਅੱਗੋਂ ਵਿਆਹ ਕੀਤਾ ਜਾਵੇ। ਇਹਨੂੰ ਕਹਿੰਦੇ ਨੇ ਮਨ ਕੀ ਪੱਤਰੀ ਵਚਨੀ। ਹੁਣ ਇੱਥੇ ਪੰਡਤ ਪਾਂਦੇ ਆਣ ਪੱਤੀ ਬਹਿ ਬਚਾਇਆ ਬਲਰਾਮ ਜੀਓ। ਇੱਥੇ ਉਹ ਪੰਡਤ ਪੁਜਾਰੀ ਦੀ ਗੱਲ ਨਹੀਂ ਵੀ ਉਹਦੇ ਕੋਲੇ ਤੁਸੀਂ 10 ਰੁਪਏ ਲੈ ਜਾਓ, ਕਿਸੇ ਤਰ੍ਹਾਂ ਦੀ ਦਸ਼ਨਾ ਲੈ ਜਾਓ, ਉਹਦੇ ਕੋਲੇ ਵਗ ਜਾਓ, ਨਾ, ਉੱਥੇ ਨਹੀਂ ਜਾਣਾ। फिर अगे पाशा जिक्र करते ने पति बचाई मन बजी बधाई जब साजन सुने घर आए। हुण दिन भी मुकरक करता, 5 बंदियां ने 10 बंदियां ने, नेड़ले रिश्तेदारां ने, चाचे ताए सारियां ने ना, वो लड़की लड़का जो इत्थे गल लड़की दी है, चलो आपां लड़की लड़का सांझी गल कर लो भी सांझी गल की है, चाहे लड़की है चाहे लड़का, दोनां दे विआह दा एक दिन मुकरक करता, पक्का करता भी आ दिन चुन लो ठीक अपने लिए। हुण लड़की अंदर भी चाह गा ते लड़की अंदर भी चाह। हुण ओ दिन नूं लड़की उड़ीकदी आ, अंदर भावना बन गई, ख्याल बन गया भी इस दिन मेरी जिंदगी दा नवां दिन आ जिहड़ा ओ शुरू हो जावेगा। इत्थे लिखिया की है, पातशाह कहंदे जब साजन सुने घर आए भी इस दिन मैनू मेरे नवे रिश्तेदार मेरा पति समेत विआउण दे लई आउणगे। फिर की है, गुणी ज्ञानी बह मता पकाया फेरे तत दवाए। जिहड़ी गल आपां पहलां कर ली ना भी भाव 5 बंदियां ने 10 बंदियां ने बह के राय कीती, मशवरा कीता, लगन अपसागण सगन तो उपर उठ के हुण राय किहड़ी कीती आ, गुणी। देखो जिन्हां विच गुण ने, ज्ञानी जिन्हां नूं ज्ञान आ, गुणी ज्ञानी बह बह के पक्की गल कर ली। हुण मता पकाया, मते तो भाव की मता लिख लिया, एक पटा लिखता भी आपां एक चिट्ठी लिखती, एक कागज ते नोट कर लिया भी आ दिन आ तरीक मुकरर कर ले, पक्के कर ले। गुणियां ने ज्ञानियां ने समझदार सज्जना ने राय कर ली भी आ दिन भाई चुन लो। अच्छा बह मता पकाया करना की आ, फेरे भाव आनंद कारज तत दवाए भी इस दिन आपां फेरे ला लो, आनंद कारज ला लो भी इस दिन फेरे आनंद कारज कर देने हन। हुण गुरु साहब जी कहंदे गल तां इह आ, पर इस गल नूं बंदे ने मन लिया उल्ट, बंदा पै गया सगन अपसागन दे विच। वाहिगुरू भला करे इस पावन बाणी दीयां सतरां नूं ना समझ दे विच साडी जिंदगी च बहुत वड्डा एक बखेड़ा खड़ा हो जांदा गा। वो किसी दाने पुरख दे बोल ने आपां कई वार अगे भी सांझे कीते ने, ना समझी दी गल। कहंदे कोई ना रब दा प्यारा कथा कर रहा गा, कथा करदे उन्हें अनुभवी एक नुकता साझा कीता, कहंदा रब एक है। हुण उंगल एक खड़ी कीती आ, एक उंगल खड़ी कीती है ना, इशारा किहदे कन्ने कीता भी रब एक है, इउं करता इशारा। हुण मूहरे बैठा सी ना समझ, वो कहंदा लै मैनू पता की कहंदा गा, कहंदा तेरे नाल देखूंगा। हुण आपां आम ही कह दिंदे आ भी देखांगे कोई ना तेरे नाल, 3 उंगलां पिछे मुड़ गईयां, अंगूठे दाव च आ गई, एक खड़ी हो गई भी देखांगे कोई ना। उन्हें गलत समझ लिया, वो कहंदा रब एक है, मूरले बैठे सुनने वाले ने गलत समझ लिया, वो कहंदा लै मेरे ते रोह मारदा गा। उल्ट हो गई ना कहानी। हुण ओने भाव जिहड़ा बैठा सी ना, ओने उंगलां 2 खड़ियां करतियां भी तू कहना देखूंगा ना, तू तां कल्ला ही आ, बोलण वाला कल्ला ही आ, कोई ना असीं 2 आ, मेरे नाल होर बैठा असीं 2 आ, कोई ना कथा करके हट वलिटांगे तैनूं। 2 इशारे करते भाव। हुण जिहड़ा कथावाचक आ उहने सही समझ लिया, वो कहंदा भी स्रोता बड़ा चंगा गा, मैं कहा रब एक आ। उहने थल्ले बैठे ने की कहता, उंगलां 2 खड़ियां करके भी भावें है एक, पर वो 2 रूपां च, निर्गुण ते सरगुण रूप विच, दिसदे ते अणदिसदे रूप च ना। हुण कथावाचक की कहंदा, 2 उंगलियां दा इशारा वेख के वो कहंदा भावें है 2 रूपां च, उंगलां पहलां 2 खड़ियां करतियां, फिर कहंदा पर है वो 5 तत्तां दे विच। 5 तत्तां च ना, हवा मिट्टी पानी अग आकाश, ये 5 तत्तां तो पूरी धरती पूरी सृष्टि की रचना हुई आ। हवा पानी मिट्टी अग आकाश साडे शरीर की कह लो, सारे जीवां की कह लो, तां पैदाइश हुई है ना 5 तत्तां दा भाव मटीरियल लग्या गा। ये नहीं भी किसी भी
ਜੀਵ ਤੇ ਇੱਕ ਤੱਤ ਘੱਟ ਹੋਵੇ। ਮੁਸਲਮਾਨ ਭਰਾ 7 ਮੰਨ ਲੈਂਦੇ ਨੇ, ਪਰ ਨਹੀਂ, ਉਹ ਵੀ ਮੰਨ ਕੇ ਕਹਿੰਦੇ 7 ਸਾਡੀ ਸੋਚ ਗਲਤ ਆ। ਪਰ ਜਿਹੜੀ ਇਹ ਗੁਰਬਾਣੀ ਦੀ ਪੰਗਤੀ ਹੈ ਨੇ ਸਹੀ ਹੈ ਵੀ 5 ਤੱਤਾਂ ਦਾ ਸਰੀਰ ਆ ਜਿਹੜਾ ਉਹ ਬਣਿਆ। ਜਦੋਂ ਕਥਾ ਵਾਚਕ ਨੇ 5 ਉਂਗਲਾਂ ਖੜੀਆਂ ਕੀਤੀਆਂ, ਹੁਣ ਮੂਰਲੇ ਨੇ ਬੈਠੇ ਹੋਏ ਨੇ ਮੁੱਠੀ ਘੁੱਟ ਕੇ ਇਉਂ ਕਰ ਲਈ। ਭਾਵ ਕੀ ਆ, ਤੂੰ ਥੱਪੜ ਮਾਰਨ ਦੀ ਗੱਲ ਕਰਦਾ, ਅਸੀਂ ਤੇਰੇ ਮੁੱਕੀਆਂ ਲਾਵਾਂਗੇ। ਹੁਣ ਕਥਾਵਾਚਕ ਕਹਿੰਦਾ ਗਾ ਵੀ ਬੰਦਾ ਬੜਾ ਸਿਆਣਾ ਯਾਰ। ਭਾਵ ਕੀ ਕਹਿੰਦਾ, ਭਾਵੇਂ ਤੱਤ 5 ਨੇ ਪਰ 5 ਤੱਤ ਜਿੰਨਾ ਟਾਈਮ ਇਕੱਠੇ ਨਾ ਹੋਣ ਉਹਨਾਂ ਟਾਈਮ ਤਾਕਤ ਨਹੀਂ ਬਣਦੀ। ਸਹੀ ਗੱਲ ਆ। ਕਥਾਵਾਚਕ ਉਲਟ ਸਮਝ ਗਿਆ, ਸੁਣਨ ਵਾਲਾ ਉਲਟ ਸਮਝ ਗਿਆ। ਸੁਣਨ ਵਾਲਾ ਕਹਿੰਦਾ ਮੈਨੂੰ ਧਮਕੀ ਦਿੰਦਾ, ਕਥਾਵਾਚਕ ਕਹਿੰਦਾ ਸਰੋਤਾ ਬੜਾ ਵਧੀਆ। ਗੜਬੜ ਕਿੱਥੇ ਹੋ ਗਈ? ਬਸ ਸੁਣਨ ਵਾਲਾ ਖੜਾ ਹੋ ਗਿਆ, ਕਹਿੰਦਾ ਕਥਾ ਤਾਂ ਫੇਰ ਕਰੀ, ਪਹਿਲਾਂ ਥੱਲੇ ਉਤਰ, ਪਹਿਲਾਂ ਸਟੇਜ ਤੋਂ ਥੱਲੇ ਉਤਰ। ਇਹਨੂੰ ਕੀ ਕਿਹਾ ਜਾਂਦਾ? ਨਾ ਸਮਝੀ। ਹੁਣ ਕਥਾਵਾਚਕ ਕਹਿੰਦਾ ਮੈਂ ਤਾਂ ਕੁਝ ਕਿਹਾ ਹੀ ਨਹੀਂ। ਉਹ ਕਹਿੰਦਾ ਤੂੰ ਮੈਨੂੰ ਧਮਕੀਆਂ ਦਿੰਦਾ। ਉਹ ਕਹਿੰਦਾ ਮੈਂ ਤੈਨੂੰ ਧਮਕੀ ਨਹੀਂ ਦਿੱਤੀ, ਤੇਰੇ ਇਸ਼ਾਰਿਆਂ ਦੇ ਮੁਤਾਬਕ, ਮਤਲਬ ਤੇਰੇ ਹੁੰਗਾਰਿਆਂ ਦੇ ਮੁਤਾਬਕ ਮੈਂ ਤਾਂ ਵਿਚਾਰ ਕਰੀ ਜਾਂਦਾ ਵੀ ਤੂੰ ਜਿਵੇਂ ਸਿਰ ਹਿਲਾਈ ਜਾਂਦਾ, ਹੱਥ ਖੜਾ ਕਰੀ ਜਾਂਦਾ, ਮੈਨੂੰ ਇਉਂ ਲੱਗਦਾ ਵੀ ਤੇਰੀ ਸੁਣਨ ਸ਼ਕਤੀ ਬਾਹਲੀ ਵਧੀਆ ਗਈ। ਪਰ ਸੁਣਨ ਸ਼ਕਤੀ ਵਧੀਆ ਨਹੀਂ, ਸਮਝ ਗਲਤ ਗਿਆ। ਪਹਿਲਾਂ 1 ਤੋਂ 2 ਉਂਗਲਾਂ ਖੜੀਆਂ ਕਰਤੀਆਂ ਵੀ 2 ਜਣੇ ਅਸੀਂ। ਕਥਾਵਾਚਕ ਨੇ 5 ਕਰਤੀਆਂ ਤੇ ਥੱਲੇ ਬੈਠੇ ਨੇ ਮੁੱਕੀ ਉਗਰ ਲਈ, ਕਹਿੰਦਾ ਆ ਜਾ ਫਿਰ। ਇਹਨੂੰ ਕੀ ਕਹਿੰਦੇ? ਨਾ ਸਮਝੀ। ਕਈ ਵਾਰ ਇਦਾਂ ਦੀ ਵਿਚਾਰ ਬਣ ਜਾਂਦੀ ਹੈ ਵੀ ਬੰਦਾ ਜਦੋਂ ਸੁਣਨ ਸ਼ਕਤੀ ਜਿਹੜੀ ਆਪਣੀ ਦਿੱਤੀ ਹੈ ਨਾ ਵਾਹਿਗੁਰੂ ਪਰਮਾਤਮਾ ਨੇ, ਉਹ ਤੋਂ ਨਾ ਬਹੁਤਾ ਕੰਮ ਲੈਂਦਿਆਂ ਹੋਇਆਂ ਅਸੀਂ ਗਲਤ ਸਮਝ ਜਾਂਦੇ ਹੈਗੇ। ਰੱਬੀ ਬਾਣੀ ਦੇ ਇਸ਼ਾਰਿਆਂ ਨੂੰ ਨਾ ਗਲਤ ਇਸਤੇਮਾਲ ਕਰ ਜਾਂਦੇ ਆ। ਜਿਵੇਂ ਅੱਜ ਇੱਥੇ ਕਿਹਾ ਲਗਨ ਗਣਾਏ, ਤੇ ਹੁਣ ਅਸੀਂ ਕੀ ਮੰਨਾਂਗੇ ਵੀ ਗੁਰੂ ਕਹਿੰਦਾ ਵੀ ਯਾਰ ਲਗਨ ਤਾਂ ਮੰਨਣੀ ਚਾਹੀਦੀ ਆ, ਸਗਨ ਅਪਸਗਨ ਤਾਂ ਮੰਨਣਾ ਚਾਹੀਦਾ ਗਾ, ਮਾੜਾ ਚੰਗਾ ਦਿਨ ਤਾਂ ਮੰਨਣਾ ਚਾਹੀਦਾ। ਗੁਰੂ ਕਹਿੰਦਾ ਬਹਿ ਕੇ ਪੱਤਰੀ ਖੋਲੀ, ਪੱਤਰੀ ਬਾਚੀ, ਤੇ ਸਾਨੂੰ ਵੀ ਪੱਤਰੀ ਦਿਖਾਉਣੀ ਚਾਹੀਦੀ ਆ। ਪਰ ਨਹੀਂ, ਇੱਥੇ ਸਮਝਾਇਆ ਗੁਰੂ ਸਾਹਿਬ ਨੇ ਵੀ 1-2 ਪਰਿਵਾਰਾਂ ਦਾ ਰਿਸ਼ਤਾ ਹੋਣ ਤੋਂ ਪਹਿਲਾਂ ਕਿਵੇਂ ਮਨ ਦੀ ਪੱਤਰੀ ਬਚਣੀ ਆ, ਕਿਵੇਂ 5-10 ਬੰਦਿਆਂ ਨੇ ਆਪਣੇ ਪਰਿਵਾਰ ਵਿੱਚ ਬਹਿ ਕੇ ਰਹਿ ਕਰਨੀ ਆ, ਕਿਵੇਂ ਉਹ ਦਿਨ ਦੀ ਲਿਖਤ ਕਰਕੇ ਦਿਨ ਨੂੰ ਕੱਢਣਾ। ਕੱਢਣ ਤੋਂ ਭਾਵ ਕੀ ਆ ਵੀ ਦਿਨ ਨੂੰ ਮੁਕਰਕ ਕਰਨਾ ਵੀ ਆਹ ਦਿਨ ਸਾਡੇ ਲਈ ਛੁੱਟੀ ਵਾਲਾ ਦਿਨ, ਆਹ ਦਿਨ ਸਾਡੇ ਲਈ ਵਿਹਲਾ ਦੇਣਾ, ਆਹ ਰੁੱਤ ਸਾਡੇ ਲਈ ਵਿਹਲੀ ਆ। ਇਹ ਥੋੜੀ ਆ ਵੀ ਉਧਰੋਂ ਕੰਮ ਦੀ ਖਿੱਚ ਹੋਵੇ ਤੇ ਉਧਰੋਂ ਆਪਾਂ ਆਪਣੇ ਕੋਈ ਘਰ 'ਚ ਪ੍ਰੋਗਰਾਮ ਰੱਖ ਲਈਏ। ਨਹੀਂ, ਆਪਾਂ ਸੋਚਦੇ ਆ ਵੀ ਜਿਹੜਾ ਦਿਨ ਵਿਹਲਾ ਉਹ ਰੱਖ ਲਓ ਆਪਾਂ। ਇਹ ਸਿਆਣੀ ਗੱਲ ਹੈ ਨਾ। ਪਰ ਜਿਹੜੀ ਮਾੜੇ ਚੰਗੇ ਪੱਖ ਦੀ ਗੱਲ ਆ ਉਹ ਗਲਤ ਆ। ਉਹ ਆਪਾਂ ਕਿੰਨੇ ਹਵਾਲੇ ਲੈ ਲਏ, ਬੇਦਸ਼ਮਾਰ ਉੱਤੀ ਥਿੱਤੀ ਬਾਰ ਭਲੇ, ਜਾਂ ਗਣ ਗਣ ਜੋਤ ਕਾਂਢੀ ਕੀਨੀ, ਪੜ੍ਹੈ ਸੁਣਾਵੇ ਤਤ ਨਾ ਚੀਨੀ। ਝੂਠ ਨਾ ਬੋਲ ਪਾਂਡੇ ਸੱਚ ਕਹੀਐ। ਸਾਨੂੰ ਗੁੰਮਰਾਹ ਕਿਹਨੇ ਕੀਤਾ? ਪਾਂਡੇ ਨੇ। ਅੱਜ ਗੁੰਮਰਾਹ ਕੌਣ ਕਰਦਾ? ਅਖੌਤੀ ਪਾਂਡੇ, ਜਿਨ੍ਹਾਂ ਨੂੰ ਆਪਾਂ ਅਖੌਤੀ ਮਨਮਤੀਏ ਸਿੱਖ ਵੀ ਕਹਿ ਸਕਦੇ ਹਾਂ। ਗੁਰੂ ਦੇ ਵਜ਼ੀਰ ਕਿਹਨੂੰ ਆਪਾਂ ਕਹਿੰਦੇ ਆ ਨਾ, ਉਹਨਾਂ ਨੇ ਸਾਨੂੰ ਗੁੰਮਰਾਹ ਕਰ ਲਿਆ ਭਾਈ। ਗੁਰੂ ਦੇ ਸੇਵਾਦਾਰ ਉਹਨਾਂ ਨੇ ਸਾਨੂੰ ਗੁੰਮਰਾਹ ਕਰ ਲਿਆ। ਇੱਥੇ ਕਸੂਰ ਉਹਨਾਂ ਦਾ ਨਹੀਂ, ਕਸੂਰ ਸਾਡਾ ਵੀ ਆ। ਜਿਹੋ ਜੀ ਚੀਜ਼ ਨੂੰ ਅਸੀਂ ਪ੍ਰਮੋਟ ਕਰਾਂਗੇ ਫਿਰ ਉਹੋ ਜਿਹੀ ਸਾਡੇ ਘਰ ਦੇ ਵਿੱਚ ਆਊਗੀ। ਆਪਾਂ ਪਿਛਲੀ ਵਿਚਾਰ ਚ ਸੁਣਿਆ ਸੀ ਨਾ, ਜਿਹੋ ਜੀ ਭਾਂਡੇ 'ਚ ਵਸਤੂ ਪਾਈ ਆ ਉਹ ਭਾਂਡੇ 'ਚੋਂ ਹੀ ਨਿਕਲੂ। ਹੁਣ ਪਾਣੀ ਪਾਇਆ ਘੜੇ 'ਚ, ਪਾਣੀ ਨਿਕਲੂ, ਪਾਣੀ ਤੋਂ ਤਾਂ ਬਣਦਾ ਹੀ ਨਹੀਂਗਾ। ਜੇ ਦੁੱਧ ਪਾਇਆ ਦੁੱਧ ਨਿਕਲੂਗਾ, ਪਾਣੀ ਨਹੀਂ ਬਣਦਾਗਾ। ਹੁਣ ਜਿੰਨੀ ਕ ਅਗਲੇ ਨੂੰ ਵਿਚਾਰ ਆ ਉਨੀ ਕ ਅਗਲੇ ਨੂੰ ਦੱਸਤੀ। ਫਿਰ ਗੁਰੂ ਸਾਹਿਬ ਜੀ ਕਹਿੰਦੇ ਕਸੂਰ ਕਿਹਦਾ? ਕਸੂਰ ਉੱਥੇ ਸਾਡਾ ਗਾ। ਕਰੋੜਾਂ ਰੁਪਈਆ ਗੁਰਦੁਆਰਿਆਂ ਤੇ 1500 ਰੁਪਈਏ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਨ ਵਾਲਾ। ਬਹੁਤੇ ਪਿੰਡਾਂ ਦਾ ਹਾਲਾ ਮਾਫ ਕਰਨਾ, ਮੈਂ ਕਿਸੇ ਤੇ ਲਾ ਕੇ ਨਹੀਂ, ਉਦਾਂ ਆਪਾਂ ਵਿਚਾਰ ਕਰਦੇ ਆ। ਇੱਕ ਪਿੰਡ ਆ ਵੀ ਜਿੱਥੇ ਆਪਣੇ ਨੇੜੇ ਆ, ਕੱਲਾ ਇੱਕ ਜਪਜੀ ਸਾਹਿਬ ਪੜ੍ਹਨਾ ਆਉਂਦਾ, 6 ਪੌੜੀਆਂ ਆਨੰਦ ਸਾਹਿਬ ਦੀਆਂ, ਤੀਜੀ ਗੱਲ ਨਹੀਂ ਆਉਂਦੀ। ਵਾਹਿਗੁਰੂ ਭਲਾ ਕਰੇ। ਤੇ ਕਹਿੰਦੇ ਸਾਨੂੰ ਬਹੁਤ ਵਧੀਆ। ਕਿਉਂ? ਕਹਿੰਦੇ ਸਾਡਾ ਠੱਕ ਠੱਕਾ ਚੱਲੀ ਜਾਂਦਾ ਹੈਗਾ। ਦੇਖੋ ਕੀ ਲਫ਼ਜ਼ ਹੈ, ਠੱਕ ਠੱਕਾ। ਤੇ ਜੇ ਆਪਾਂ ਇਦਾਂ ਠੱਗ ਠੱਗੇ ਚਲਾਉਣੇ ਆ ਨਾ, ਫਿਰ ਰੋਜ਼ ਅਰਦਾਸ ਵਿੱਚ ਕਹਿੰਦੇ ਰਾਜ ਕਰੇਗਾ ਖਾਲਸਾ। ਪਰ ਖਾਲਸੇ ਦਾ ਰਾਜ ਤਾਹਾਂ ਤੋਂ ਨਹੀਂ ਡਿੱਗਦਾ, ਇੱਥੋਂ ਹੀ ਪੈਦਾ ਹੋਣਾਗਾ। ਖਾਲਸੇ ਦਾ ਰਾਜ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਪੈਦਾ ਹੋਣਾਗਾ। ਤਾਂਹੀਓ ਤਾਂ ਪਿੱਛੇ ਆ, ਨਾਰਾ ਲਾ ਰਹੇ ਆ, ਪਰ ਖਾਲਸੇ ਦਾ ਰਾਜ ਕਰਵਾਉਣ ਵਾਲਾ ਉਹ ਕਿਹੋ ਜਿਹਾ, ਉਹਦੇ ਬਾਰੇ ਆਪਾਂ ਨੂੰ ਪਤਾ। ਭਾਈ ਕਾਹਨ ਸਿੰਘ ਨਾਭੇ ਦਾ ਨਾ ਪਿਤਾ ਸੀ ਭਾਈ ਹੀਰਾ ਸਿੰਘ ਮੰਨਿਆ ਜਾਂਦਾ। ਕਹਿੰਦੇ ਉਹਨੂੰ ਨਾ ਇੱਕ ਵਾਰੀ ਪਟਿਆਲੇ ਵਾਲੇ ਰਾਜੇ ਨੇ ਕਹਿ ਦਿੱਤਾ, ਕਹਿੰਦਾ ਵੀ ਕੋਈ ਸੱਜਣ ਅਜਿਹਾ ਹੋਵੇ ਜਿਹੜਾ ਇੱਕ ਚੌਂਕੜੇ ਦੇ ਵਿੱਚ, ਇੱਕੇ ਚੌਂਕੜੇ ਦੇ ਵਿੱਚ ਮੈਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਸੁਣਾ ਦੇਵੇ। ਤੇ ਭਾਈ ਕਾਹਨ ਸਿੰਘ ਨਾਭੇ ਦਾ ਬਾਪ ਖੜਾ ਹੋਇਆ ਸੀ, ਕਹਿੰਦਾ ਕੋਈ ਅਜਿਹਾ ਹੋਵੇ ਇੱਕੇ ਚੌਂਕੜੇ 'ਚ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣਨ ਵਾਲਾ ਹੋਵੇ, ਸੁਣਾਉਣ ਲਈ ਮੈਂ ਤਿਆਰ ਹਾਂ। ਆਹ ਹੁੰਦੀ ਆ ਕੁਆਲਿਟੀ।
ਸੁਣਨ ਵਾਲਾ ਵੀ ਹੋਵੇ ਨਾ, ਇਹ ਨਾ ਹੋਵੇ ਸੁਣਾਉਣ ਵਾਲਾ। ਹੁਣ ਗ੍ਰੰਥੀ ਇੱਕ ਦੂਜੀ ਗੱਲ ਸਾਡੀ ਗਲਤੀ ਇਹ ਵੀ ਆ, ਉਧਰ ਸਾਡੀ ਨਿਗਾਹ ਵੇਖ ਕਿੰਨਾ ਹਲਦਾ, ਕੀ ਖੁਰਕਦਾ ਪਿੰਡਾ ਵਦਾ, ਕੀ ਬੋਲਦਾ, ਕੀ ਇਸ਼ਾਰਾ ਕਰਦਾ, ਉਧਰ ਨਿਗਾਹ ਪੂਰੀ ਸਖਤ ਤੋਂ ਸਖਤ ਨਿਗਾਹ ਸਾਡੀ। ਕੋਈ ਕਸੂਰ ਨਹੀਂ ਮੰਨਦੇ ਅਸੀਂ, ਕਿੰਨੇ ਵਾਰੀ ਪਾਸਾ ਬਦਲਿਆ, ਕਿੰਨੇ ਵਾਰੀ ਟੇਢੇ ਹੋ ਗਏ, ਕਿੰਨੇ ਵਾਰੀ ਉੱਠ ਕੇ ਤੁਰ ਗਏ, ਕਿੰਨੇ ਵਾਰੀ ਆ ਕੇ ਬਹਿ ਗਏ, ਤੇ ਗ੍ਰੰਥੀ 2 ਘੰਟਿਆਂ 'ਚ ਨਿਗਾਹ ਰੱਖਦੇ ਆ। ਜ਼ਰੂਰਤ ਕੀ ਚਾਹੀਦੀ ਆ ਵੀ ਜੇ ਸੁਣਾਉਣ ਵਾਲਾ 2 ਘੰਟੇ ਚੌਂਕੜੇ ਨਹੀਂ ਹਿਲਾਉਂਦਾ ਤੇ ਸੁਣਨ ਵਾਲੇ ਦਾ ਵੀ ਹਿਲਣਾ ਨਹੀਂ ਚਾਹੀਦਾ। ਇਹਨੂੰ ਕਹਿੰਦੇ ਆ ਕੁਆਲਿਟੀ। ਭਾਵ ਉੱਥੇ ਫਿਰ ਰਾਜੇ ਨੇ ਬੁੱਕਲ 'ਚ ਲੈ ਲਿਆ, ਬੁੱਕਲ 'ਚ ਲੈਤਾ ਨਾ, ਫਿਰ ਉਹ ਸਿਆਣੇ ਦੀ ਕਹਾਵਤ ਆ ਵੀ ਜਿਹੋ ਜੇ ਮਾਪੇ ਤੇ ਉਹੋ ਜੇ ਜਾਪੇ। ਆਪਾਂ ਵੀ ਕਹਿ ਦਿੰਦੇ ਆ। ਪਰ ਜੇ ਹੁਣ ਕਾਹਨ ਸਿੰਘ ਨਾਭੇ ਦਾ ਬਾਪ ਅਜਿਹਾ, ਜੋ ਪਿੱਥੋਂ ਦਾ ਪਿੰਡ ਦਾ ਸੀ, ਬਾਅਦ ਵਿੱਚ ਨਾਭੇ ਜਾ ਕੇ ਰਹਿਣ ਕਰਕੇ ਕਾਹਨ ਸਿੰਘ ਨਾਭਾ ਨਾਮ ਪੈ ਗਿਆ, ਪਿੰਡ ਪਿੱਥੋਂ ਆ। ਹੁਣ ਜੇ ਕਾਹਨ ਸਿੰਘ ਨਾਭੇ ਜੀ ਦਾ ਪਿਛੋਕੜ ਦਾਦਾ ਪੜਦਾਦਾ ਬਾਪ ਅਜਿਹੀ ਕੁਆਲਿਟੀ ਦੇ ਨੇ, ਫਿਰ ਕਾਹਨ ਸਿੰਘ ਨਾਭੇ ਦਾ ਅੱਜ ਨਾਮ ਪੂਰੇ ਵਰਲਡ 'ਚ। ਜੇ ਗੁਰੂ ਗ੍ਰੰਥ ਸਾਹਿਬ ਦਾ ਨਾਮ ਆ ਨਾ ਤੇ ਉਹਨਾਂ ਦਾ ਵੀ ਨਾਮ ਆ ਭਾਈ। ਇਹ ਜਿਹੀ ਗੱਲ ਨਹੀਂ ਵੀ ਉਹਨਾਂ ਦਾ ਨਾਮ ਨਹੀਂ ਹੈ। ਤੇ ਕਿੱਡਾ ਵੱਡਾ ਦਾ ਮਹਾਨ ਕੋਸ਼ ਆ, ਜਿਹਨੂੰ ਸਾਨੂੰ ਨਾ 2 ਪੰਨੇ ਪੜ੍ਹਦੇ ਆ, 4 ਪੰਨੇ ਪੜ੍ਹਦੇ ਆ, ਸੱਚਾ 2-3 ਵਾਰੀ ਵਿੱਚੋਂ ਦੀ ਉੱਠਣਾ ਪਵੇਗਾ। ਤੇ ਸਤਿਕਾਰ ਆ ਉਹ ਮਹਾਨ ਸ਼ਖਸੀਅਤ ਦੀ। 3000 ਤੋਂ ਪਲੱਸ ਪੰਨੇ ਦਾ ਮਹਾਨ ਕੋਸ਼ ਛਾਪ ਕੇ ਸਾਨੂੰ ਦੇ ਦਿੱਤਾ ਵੀ ਆਹ ਲਓ ਤੁਸੀਂ ਪੜ੍ਹ ਲਿਓ, ਲਿਖ ਕੇ ਤੁਹਾਨੂੰ ਮੈਂ ਦੇ ਦਿੱਤਾ। ਫਿਰ ਉਹ ਕਲਮ ਨੂੰ ਤਾਂ ਕਹਿਣੀ ਪਵੇਗਾ ਨਾ, ਧੰਨ ਸੋ ਕਾਗਦ ਕਲਮ, ਧੰਨ ਧੰਨ ਲਿਖਾਰੀ, ਧੰਨ ਉਹ ਲਿਖਾਰੀ ਆ, ਧੰਨ ਉਹ ਕਲਮ ਹੈ, ਧੰਨ ਉਹ ਕਾਗਜ਼ ਹੈ। ਚਲੋ ਸਮਝਣ ਦੀ ਗੱਲ ਆਪਣੀ ਚੱਲੀ ਸੀ ਵੀ ਆਪਾਂ ਗੱਲ ਨੂੰ ਸਮਝ ਗਏ, ਬਸ ਇੰਨੀ ਕਾਫੀ ਹੈਗਾ। ਇੱਥੇ ਪ੍ਰਪਾਸ਼ਾ ਜੀ ਅੱਗੇ ਕਹਿੰਦੇ ਨੇ, ਬਰ ਪਾਇਆ ਪੁਰਖ ਅਗੰਮ ਅਗੋਚਰ ਸਦ ਨਵਤਨ ਬਾਲ ਸਖਾਈ। ਫਿਰ ਅਸੀਂ ਉਹ ਬਰ ਪਾ ਲਿਆ, ਕਿਹੜਾ ਬਰ ਜਿਹੜਾ ਅਗਮ ਅਗੋਚਰ ਹੈ। ਗੱਲ ਸਰੀਰਕ ਤੌਰ ਤੇ ਇੱਥੇ ਪਤੀ ਤੇ ਪਤਨੀ ਦੀ ਆ, ਅਸਲੀਅਤ ਸਾਡੀ ਅੰਦਰ ਦੀ ਆਤਮਾ ਦੀ ਆ। ਸਾਡੀ ਜੀਵ ਆਤਮਾ ਵਾਸਤੇ ਮਤਾ ਪਕਾਇਆ ਗਿਆ। ਪਤੀ ਪਰਮੇਸ਼ਰ ਪਰਮਾਤਮਾ ਨਾਲ ਵਿਆਹ ਦਾ ਦਿਨ ਮੁਕਰਰ ਕੀਤਾ ਗਿਆ ਤੇ ਉਸ ਤੋਂ ਬਾਅਦ ਮੇਰੇ ਮਾਲਕ ਪਰਮਾਤਮਾ ਦੇ ਨਾਲ ਫੇਰੇ ਹੋਏ, ਆਨੰਦ ਕਾਰਜ ਹੋਇਆ ਰੱਬ ਜੀ ਨਾਲ। ਬਾਹਰੀ ਤੌਰ ਤੇ ਇੱਕ ਲੜਕਾ ਲੜਕੀ ਦਾ ਆਨੰਦ ਕਾਰਜ ਹੁੰਦਾ ਨਾ, ਤੇ ਇੱਧਰ ਮੇਰਾ ਆਨੰਦ ਕਾਰਜ ਉਹ ਰੱਬ ਜੀ ਨਾਲ ਹੋਇਆ। ਇਸ ਪੰਕਤੀ ਵਿੱਚ ਤਾਂ ਬਰ ਪਾਇਆ ਪੁਰਖ ਅਗਮ ਅਗੋਚਰ, ਮੈਨੂੰ ਉਹ ਪੁਰਖ ਮਿਲਿਆ ਅਗਮ ਅਗੋਚਰ ਜਿਹਦੇ ਵਿੱਚ ਇੰਨੇ ਗੁਣ ਨੇ, ਉਹਦੇ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਸਾਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ। ਸੋਚ ਕੇ ਦੇਖੋ ਥੋੜਾ ਜਿਹਾ, ਕੋਈ ਲੜਕੀ ਹੈ ਨਾ, ਮੰਨ ਲਓ ਵੀ ਆਪਣੀ ਬੱਚੀ ਹੈ, ਕੋਈ ਭੈਣ ਆ, ਜਾਂ ਮੰਨ ਲਓ ਸਾਡੀ ਭੈਣ ਦਾ ਘਰ ਵਾਲਾ ਇੰਨਾ ਸਿਆਣਾ, ਇੰਨਾ ਸੂਝਵਾਨ ਆ, ਉਹ ਬੱਚੀ ਦੀ ਨਾ ਆਪਣੀਆਂ ਸਹੇਲੀਆਂ 'ਚ, ਆਪਣੇ ਪਿੰਡ 'ਚ, ਆਪਣੇ ਘਰ 'ਚ ਮਾਣ ਦੇ ਨਾਲ, ਆਪਾਂ ਨੂੰ ਪਤਾ ਧੌਣ ਉੱਚੀ ਹੁੰਦੀ ਆ ਵੀ ਮੇਰੇ ਪਤੀ ਵਰਗਾ ਕੌਣ ਬਣ ਜਾਊਗਾ। ਉਦਾਹਰਨ ਤੌਰ ਤੇ ਮਾਤਾ ਗੁਜਰ ਕੌਰ ਨੂੰ ਆਪਣੇ ਪਤੀ ਤੇ ਕਿੰਨਾ ਮਾਣ ਸੀ। ਮਾਤਾ ਸੁੰਦਰੀ ਜੀ, ਮਾਤਾ ਜੀਤੋ ਜੀ, ਮਾਤਾ ਸਾਹਿਬ ਕੌਰ, ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਕਿੰਨਾ ਕੁ ਮਾਣ। ਬਾਬਾ ਬੰਦਾ ਸਿੰਘ ਬਹਾਦਰ ਤੇ ਬੰਦਾ ਸਿੰਘ ਬਹਾਦਰ ਦੀ ਪਤਨੀ ਨੂੰ ਕਿੰਨਾ ਕੁ ਮਾਣ। ਇਵੇਂ ਜਿਵੇਂ ਨਾ ਸਾਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਵੀ ਸਾਡਾ ਪਤੀ ਉਹ ਪਰਮਾਤਮਾ ਹੈ। ਫਿਰ ਤਾਂ ਸਾਨੂੰ ਦਿਨਾਂ ਦੇ ਚੱਕਰ 'ਚ, ਸਗਨ ਅਪਸਗਨ ਦੇ ਚੱਕਰ 'ਚ, ਦੇਵੀ ਦੇਵਤਿਆਂ ਦੇ ਚੱਕਰ 'ਚ, ਹੋਰ ਮਨਮਤੀ ਕੰਮਾਂ ਦੇ ਚੱਕਰ 'ਚ ਬਿਲਕੁਲ ਪੈਣਾ ਨਹੀਂ ਚਾਹੀਦਾ। ਜਿਸ ਪਤਨੀ ਨੂੰ ਆਪਣੇ ਪਤੀ ਤੇ ਮਾਣ ਆ ਨਾ, ਉਹ ਆਪਣੇ ਪਤੀ ਦਾ ਪੱਲਾ ਛੱਡ ਕੇ, ਦਰ ਛੱਡ ਕੇ ਕਿਤੇ ਹੋਰ ਨਹੀਂ ਜਾਂਦੀ। ਸਾਡੇ ਅੰਦਰ ਵੀ ਇਹ ਜੁਰਤ ਬਣ ਜਾਵੇ। ਫਿਰ ਪਾਸ਼ਾ ਜੀ ਕਹਿੰਦੇ, ਬਰ ਪਾਇਆ ਪੁਰਖ ਅਗੰਮ ਅਗੋਚਰ ਸਦ ਨਬਤਨ ਬਾਲ ਸਖਾਈ। ਮੇਰੀ ਜ਼ਿੰਦਗੀ ਭਾਈ ਹੁਣ ਉੱਪਰ ਉੱਠ ਗਈ, ਉਹ ਰੱਬ ਜੀ ਨਾਲ ਮੇਰੀ ਸਾਂਝ ਬਣ ਗਈ। ਮੈਂ ਸਾਰੇ ਦਿਨਾਂ ਦੇ ਭਰਮ ਤੋਂ ਉੱਪਰ ਆ, ਦੇਵੀ ਦੇਵਤਿਆਂ ਦੀ ਪੂਜਾ ਤੋਂ ਉੱਪਰ ਆ। ਆਪਾਂ ਆਰੰਭ ਕੀਤਾ ਸੀਗਾ ਵੀ ਆਇਆ ਲਗਨ ਗਣਾਏ, ਸਗਨ ਅਪਸਗਨ ਤੋਂ ਉੱਪਰ ਆ। ਲਗਨ ਤੋਂ ਭਾਵ ਮਹੂਰਤ ਤੋਂ ਉੱਪਰ ਹਾਂ। ਕੋਈ ਮੇਰੇ ਲਈ ਸ਼ਨੀਵਾਰ ਮਾੜਾ ਨਹੀਂ, ਐਤਵਾਰ ਚੰਗਾ ਨਹੀਂ। ਕੋਈ ਮੇਰੇ ਲਈ ਮੰਗਲਵਾਰ ਮਾੜਾ ਨਹੀਂ, ਐਤਵਾਰ ਚੰਗਾ ਨਹੀਂ। ਹੁਣ ਸੋਚ ਕੇ ਵੇਖਣਾ ਪਊਗਾ, ਸਾਡੇ ਦਿਨਾਂ ਦਾ ਭਰਮ ਸਾਡੇ ਦਿਮਾਗ 'ਚ ਹੈਗਾ ਜੀ? ਜ਼ਰੂਰ ਆ। ਬਿਰਲਿਆਂ ਨੂੰ ਛੱਡ ਦੋ ਜਿਨ੍ਹਾਂ ਦੇ ਅੰਦਰ ਭਰਮ ਨਹੀਂ ਹੈ। ਨਹੀਂ, ਘਰ ਵਿੱਚ ਮੌਤ ਹੋ ਗਈ ਨਾ, ਦਿਨਾਂ ਦੀ ਪਰਖ ਹੋ ਰਹੀ ਹੈ, ਕਿਹੜੇ ਦਿਨ ਭੋਗ ਪਾਈਏ। ਉੱਥੇ ਫਿਰ ਵਿਚਾਰ ਕੀਤੀ, ਨਹੀਂ ਜੀ ਵਾਰ ਨੂੰ ਤਾਂ ਮਾੜਾ ਜੀ, ਕਾਹਨੂੰ ਪਾਉਣਾ ਨਹੀਂ, ਆਪਾਂ ਸੋਮਵਾਰ ਨੂੰ ਹੀ ਮਾੜਾ ਹੁੰਦਾ। ਨਾ ਨਾ ਜੀ, ਬੁੱਧਵਾਰ ਨੂੰ ਕਿੱਥੇ, ਆਪਾਂ ਤਾਂ ਇਸੇ ਦਿਨ ਹੀ ਪਾਵਾਂਗੇ।
मतलब साडे दिमाग 'ਚ किते ना किते जाके वो भरम हैगा गा। एक ना छोटी जी कहानी है, कहते दशमेश पिता धन गुरु गोबिंद सिंह महाराज जी ने ना एक बारी आनंदपुर साहब एक पांडे नूं बुला लिया। पांडे नूं बुला के गुरु साहब कहंदे ना साडे ते दिन चलदे आ माड़े ते कोई उपाय कर। पांडा कहंदा फिर मैं शनिवार नूं आऊँगा। 2-4 मतलब भी झूठ ना बोल, पांडे सच कहिए। बाणी जी दा लिखता होने थोड़ी, बाणी दशमेश पिता ने पढ़ी नहीं, वो तो बाणी दे माहर आ ना, वो तो ज्ञाता ने, खुद आप रचनहारे ने। अच्छा हुण बाणी च लिखिया पांडे झूठ ना बोल सच कहिए, गण गण जोतक कांढी कीनी पढ़ै सुनावै तत ना चीनी। हुण उत्थे लिखिया पिया ना भी तू ये गिणती मिणती छड्ड दे। हुण पांडे ने हिसाब किताब जा लाया, गिणती मिणती जी लाई, कहंदा सोडे ते तां सनी भारू पिया पियागा, ये तां आउण वाले टाइम च बहुत तुहाडा नुकसान हो सकदा गा, बड़ी करोपी आ तुहाडे ते तां। भाव इदां गल कीती, दशमेश पिता चुप ने बिल्कुल। कहंदे जी फिर कोई उपाय करो। हुण पांडा कहंदा जी जरूर मैं उपाय करूँगा। कहंदा फिर मैं बार नूं शनि दी पूजा करदा हुन्नागा ते बार नूं मैं आऊँगा ते तुहाडे ना इस घर दे विच आके मंत्र पढ़ के जाऊँगा मैं, ते तुहाडे तो कुछ दक्षिणा भी लेके जाऊँ। की लेके जाऊँगा? सरों दा तेल, चने, छोले, होर कुछ इधर उधर ऐर गैर जो उन्हां दा मनमती कारज हुंदा, वो सारा समान लोहा लेके जाऊँगा, तुहाडे तो ग्रह टल जाऊगा। गुरु साहब कहंदे कोई ना आ जी। हुण नेड़ले सिखां ने वेख लिया भी यार गुरु साहब किवें पांडे नूं बुलाई फिरदे नेगे। ये छेवें पातशाह दे जीवन 'च भी वरती हुई घटना कि उत्थे छेवें पातशाह ने गरड़ दी कथा कराई सी। देखो अपने तो इत्थे हुक्म ही नहीं है भी गरड़ दी तां कथा छड्डो, केवल गुरु ग्रंथ साहिब महाराज दे भाई गुरदास दीआं 12 नंद लाल जी दीआं गजलां, उन्हां नूं छड्ड के आपां दूजी तीजी आसे पासे तो कोई विचार नहीं कर सकदे। हवाला लै सकदे आ, समझाउण वास्ते प्रमाण लै सकदे आ। ते इत्थे गरड़ दी कथा उत्थे भी सिखां ने भाव परख कीती सीगी, सिखां दी परख कीती। सिखां ने गुरु साहब नूं दसता भी सानूं परखण दी लोड़ नहीं, जिहो जिहा सानूं तूं घड़ता ना उहो जी रहांगे, असीं कच्चेपण च नहीं जांदे। चलो जो सिखां ने वेख्या चुप ने। हुण बार नूं पांडा आ गया ते गुरु साहब ने पांडे दे कहण अनुसार लोहा भी देता, चने भी देते, भाव तेल भी देता, होर फोकट कर्म भी जो सी थोड़ा बहुता करता। चुप आ गुरु साहब। हुण पांडा बड़ा खुश आ, चौड़ा होया फिरदागा। कहंदा मैनूं ऐं जे भुलेखा सी भी सिख ना किते मेरे चुंगल चों निकल ना जाण बाहर। ते की कहंदा होगा? कहंदा लै सिख भी फसा ले। ये उही गुरु गोबिंद सिंह आ महाराज जेड़े के आपां नूं पता भी बिल्कुल पुजारी दी गल नूं रद्द कर दिता। रद्द करन ते दशमेश पिता ने खंडे वाटे दी पौहल तैयार कीती आ ते खंडे वाटे दी पौहल तैयार करन तो पहला ना गुरु साहब ने एक भरमां इकट्ठ बुलाया सीगा। वो भरमें इकट्ठ दे विच पांडियां नूं सारिआं नूं इउं सी भी साडी लोड़ पऊगी, साडे तो दिन दी पुछना पुछी जाओ भी किहड़ा दिन रखीए, की करना चाहिदा की नहीं करना चाहिदा। गुरु साहब ने किसी दी सियाण नहीं कढीगी। अज बुला लिया, अज इन्हां नूं चा चढ़िया पिया भी लै आपां तां फसा लिया चुंगल च, लै अपनी मर्जी तो बिना हुण गुरु साहब भी कुछ नहीं करनगे। अंदर खुशी दी लहर बन गई पांडे अंदर। गुरु साहब चुप ने क्योंकि पेपर पाया ना, सिखां ते पेपर पायागा। हुण जदों पांडा कोल दी लंघिया ना, सिख बुड़ जी तां पहली करन लग गए। को पता ही हुंदा भी नकम्मा है, इहदी सोच नकम्मी है, इहदे विचार नकम्मे ने, साडे नाल मिलदे नहीं हन। बुड़ जी तां पहली ही करन लगे ना। ते पांडा बोल बैठा क्योंकि पांडे नूं हंकार हो गया ना भी जदों गुरु साहब ने मैनूं चने दिते, लोहा दिता, तेल दिता, सनी दा मैं उपाय करके आया भी ये सिख मेरा की कर सकणगे। बोल पिया कहंदा देखो तुहाडे गुरु ते करोपी आई सी ते मैनूं सद्दिया, सद के मैथों इलाज करवाया, मैथों ना तुहाडे गुरु ने उपाय करवायागा। कहंदे कीता की आ, कराया की आ? सिखां ने पुछ लिया। चौड़े होए ने दसता तेल दिता, चने दिते ने, लोहा दिता। सिखां ने ना कहंदे पांडे नूं उत्थे ढालिया। सच्चाई आ, तेल खोलिया, लोहा खोलिया, चने खोले, सारा कुछ खोलिया ना जदों ते पांडा बुड़ करदा छितर खा के शिकायत करन वग गया गुरु कोले। कहंदा तेरे सिखां ने मेरी बेइज्जती कीती,
गुरु साहब कहते की गल हो गई? केरा तो गुरु साहब ने उदां ही बोलना सी ना, गल की हो गई दस बैठा। कहता मैं जांदा जांदा इउं कह बैठा। गुरु साहब कहते मैनूं पता सी भी तू पंगा लएगा, ते जो कुछ ये कीता ये पांडा जी, ये पुजारी जी, ये मैं अपनी करोपी वास्ते नहीं कीता। ये करोपियां तो आउंदियां जांदियां, सुख दुख दोए दर कपड़े। सुख भी आउंदा दुख भी आउंदा, सानू ना दुख विच घबराहट है ना सुख विच असीं इमोशनल हुन्ने आ। असीं दोने चीज़ां तो उपर आ ना। पर ये मैं तेरे थरू अपने सिखां ते पेपर पाया सी भी मेरे करके तेरे मगर लगदे आ कि नहीं लगदे गे। पर मैनूं अज यकीन हो गया भी मेरे सिख कदे भी किसी पांडे दी किसी पुजारी दी गल सुनणगे नहीं। पांडा उदास हो गया, चुप कर गया। चुप कर गया ना भी गल की सी, बन की गई। भाव गुरु साहब कहते कोई गल नहीं, जे तेरी बेइज्जती कीती है ना उहदे संबंध विच उन्नी क असीं ताड़ना पा दांगे, उन्नी क ताड़ना पा दांगे। पर ये पांडा जी तुसीं चुपचाप करके चले जाओ, ये तां असीं अपने सिखां ते पेपर पाया सी। तुसीं जाओ, सानू किसी शनि तो किसी मंगल तो किसी भी चीज़ तो कोई डर नहीं लगदा। चुपचाप करके बेशर्म पांडा मुड़ आया। इथों सिੱਖਿਆ की मिलती आ? किन्ने ओ सत्कारयोग साडे गुरु दे सिख ने जिन्हां ने पांडे दे पुजारी बाद वाले पक्ष नूं उघेड़ दिता। लोहे दे कड़े बनाए, चने तेल भुन के भाव तल के छक ले, कोई डर नहीं मन्निया ते पुजारी नूं बिल्कुल कोरे कागज वांगू ना चुपचाप करके मोड़ दिता, तिलां दी पुली वांगू झाड़ के मोड़ दिता। पर अज कित्थों तक साडी भाव क्वालिटी सी ते कित्थे असीं पहुंच गए। बोर करना तां भी पांडा, न्यों रखनी है तां भी पांडा, बच्चा पढ़न पाउणा तां भी पांडा, सहज पाठ करना तां भी पत्तरी खोलनी है, विआह करना तां भी पांडा। कुछ भी करना सानू पांडे बिना सरदा नहीं गा। जे सरदा दसो। सोच के देखो भी साडा जिहड़ा समाज आ जां गुरु दे सिख ने, गुरु ने किड्डा माण कीता। अपने बच्चों ते कह लो सिखां ते पेपर पाया भी मेरे सिख किते उलझदे तां नहीं गए। पर सच्ची मुच्ची ना सिख पास हो गए, 101% नंबर ले गए। 100 भी छड्डो उदों उपर लंघ गए। काम गुरु ने कीता, भाव सिखां ते पेपर पाया। सोच के देखिया भी कित्थों तक क्वालिटी आ। पर सिखां ने कमाल ही करती। ये नहीं देखिया भी गुरु ने पांडे नूं बुलाया, आपां कुछ ना कहो मुड़ जाण दो। ते फिर सोच के देखो अज असीं कित्थे आ। बस ये तो सानू सिक्ख्या मिलती आ, सानू भी सारे भरम त्याग देने चाहिए ने, किसी भी चीज़ ते कोई विश्वास नहीं रखना चाहिए। अज दे शब्द दी विचार सी भी एक लड़की दे अंदर, बच्ची दे अंदर अपने नवे कारज दे लई, विआह दे लई, अपने सज्जन घर विच आउण दे लई किन्ना चाह है। वो बच्ची दे संबंध च लगन मुहूर्त कढ़ी गई, दिन कढ़िया गया। पर वो दिन कढ़ण दा तरीका आपां देख लिया ना, किहड़ा तरीका सी भी बह के 5-7 बंदियां ने राय कर ली। मन की पत्तरी वाचनी सुखी हूँ सुखसार, अपने मन दिमाग तो कम लेना। अच्छा दिमाग किते गलत काम करदा तां गुरु नूं पुछ लो, इहदा कंन फड़ के आपां गुरु कोले लियाओ भी जी ये पासे जांदा गा, इहदा हल तुसीं करो। फिर गुरु साहब किरपा कर देणगे। फिर इदा पातशाह ने किरपा करती, कहंदे फिर एक दिन भाई मेरा वो पति मैनूं मिलिया जिस पति नाल मिल के मेरी धौण मेरा जीवन उच्चा ते सुच्चा बन गया। लास्ट विच गुरु साहब के नानक किरपा करके मेले विछड़ कदे ना जाई, भाव मैनू ओ पति मिल गया जेड़े पति नाल मिल के मैं कदे भी मेरे पति तो बिछड़ांगी नहीं, मतलब दूर नहीं होवांगी, मतलब मेरा पति खत्म नहीं होगा। जे मेरा पति नहीं खत्म होंदा ते मैं सुहागण वाला पक्ष अपना कायम रख सकदी हां ते मैं कदे रंडेपेपण विच नहीं आवांगी। शरीरक तल ते तां पति पत्नियां दा मेल टुट जांदा ना, पर जीव आत्मा ते रब जी दा मेल हो गया। हुण ये विछोड़ा कदे भी नहीं पैंदा। ਉਹ ਸਿਆਣਿਆਂ ਦੇ ਬੋਲ ਨਾ, ਚਲੋ ਸਰੀਰ ਕਰਕੇ ਵਿਛੜ ਗਏ ਪਰ ਵਿਸਾਰ ਗਏ ਨਾ। ਹੁਣ ਅਸੀਂ ਕਦੇ ਆਪਣੇ ਪਤੀ ਨੂੰ ਵਿਸਾਰਾਂਗੇ ਨਹੀਂ, ਅਸੀਂ ਆਪਣੇ ਪਤੀ ਨਾਲ ਸਦਾ ਤਲ ਤੇ ਜੁੜ ਚੁੱਕੇ ਹਾਂ। ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਸ਼ਬਦ 4 ਪਦਿਆਂ ਦੇ ਵਿੱਚ ਆਪਾਂ ਇੱਥੋਂ ਤੱਕ ਪੜ੍ਹਿਆਗਾ, ਜੋ ਕਿ
ਪਾਤਸ਼ਾਹ ਨੇ ਕਿਰਪਾ ਕੀਤੀ ਆ, ਉਹਨਾਂ ਦੀ ਪਾਵਨ ਬਾਣੀ ਦੇ ਵਿੱਚੋਂ ਆਪਾਂ ਕੁਝ ਨਾ ਕੁਝ ਸਿੱਖ ਕੇ ਆਪਣਾ ਜੀਵਨ ਸਵਾਰੀਏ। ਇੱਥੋਂ ਤੱਕ ਵਿਚਾਰ ਸਮਾਪਤ ਹੈ। ਬੋਲਦਿਆਂ ਤੋਂ ਅੱਖਰ ਵੱਧ ਘੱਟ ਰਹਿ ਜਾਂਦਾ। ਗੁਰੂ ਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ।